ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਪਰਿਵਾਰ 'ਚ ਮੁੰਡੇ ਨੇ ਤੇ ਸਾਡੇ ਘਰ ਨੂੰ ਕਹਿ ਜਾਂਦੇ ਮੁੰਡਿਆਂ ਵਾਲਾ ਘਰ। ਤੇ ਮੇਰੇ ਦਾਦਾ ਜੀ ਨੇ ਬੜੀ ਚੀਜ਼ ਅਜੀਬ ਲੱਗਦੀ ਹੁੰਦੀ ਸੀਗੀ, ਪ੍ਰੋਫੈਸ਼ਨਲ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਤੇ ਉਹ ਮੇਰੀ ਡਿਗਰੀ ਦਾ ਇੱਕ ਕਹਿ ਲਓ ਕਲੌਜ਼ ਸੀਗਾ ਕਿ ਜਦ ਤੱਕ ਤੁਸੀਂ ਉਹ ਨਹੀਂ ਲਓਗੇ ਤੁਹਾਨੂੰ ਡਿਗਰੀ ਨਹੀਂ ਮਿਲਣੀ। ਤੇ ਮੈਂ ਘਰੇ ਫਿਰ ਬੋਲਿਆ ਕਿ ਮੈਨੂੰ ਤਾਂ ਚਾਹੀਦੀ ਹੈ ਵੀ ਮੈਂ ਇੰਨੀ ਮਿਹਨਤ ਕੀਤੀ, ਇੰਨੀ ਪੜ੍ਹਾਈ ਕੀਤੀ ਹੈ ਤੇ ਮੈਨੂੰ ਤਾਂ ਜਾਣਾ ਹੈ ਬਾਹਰ, ਮੈਨੂੰ ਭੇਜੋ। ਫਿਰ ਕਾਫੀ ਮੁੱਦਾ ਚੱਲਿਆ ਇਸ ਦੇ ਉੱਤੇ ਵੀ ਕੁੜੀ ਨੂੰ ਬਾਹਰ ਭੇਜਣਾ ਹੈ, ਕੁੜੀ ਕੱਲ੍ਹ ਨੂੰ ਸਾਡੇ ਲਈ ਚੰਡੀਗੜ੍ਹ ਵੀ ਬਾਹਰ ਹੀ ਆ ਕਿ ਜੇ ਕੁੜੀ ਵਿਗੜ ਗਈ ਤੇ ਫਿਰ ਹੈ ਨਾ। ਉਹਨਾਂ ਨੇ ਮੇਰੇ ਤੋਂ ਵਿਆਹ ਤੋਂ ਸਾਡੇ ਤੋਂ ਕੋਈ ਫਰਮਾਇਸ਼ ਨਹੀਂ ਰੱਖੀ ਸੀਗੀ ਕਿ ਸਾਨੂੰ ਆਹ ਚਾਹੀਦਾ, ਜਾਂ ਖਾਸ ਕਰਕੇ ਮੇਰੇ ਫਾਦਰ ਸਾਹਿਬ ਮਤਲਬ ਮੇਰੇ ਸਹੁਰਾ ਸਾਹਿਬ ਬਹੁਤ ਖਿਲਾਫ ਸੀਗੇ ਇਹਨਾਂ ਚੀਜ਼ਾਂ ਤੋਂ। ਬਸ ਉਹਨਾਂ ਦੀ ਇੱਕ ਹੀ ਗੁਜ਼ਾਰਿਸ਼ ਸੀ ਕਿ ਵਿਆਹ ਵਧੀਆ ਹੋਣਾ ਚਾਹੀਦਾ ਹੈ। ਮੈਂ ਖੁਦ ਗਈ ਰਿਜ਼ੋਰਟ ਦੇਖਣ ਵਾਸਤੇ ਕਿ ਇਹ ਵੱਡਾ ਰਿਜ਼ੋਰਟ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੇ ਜਦੋਂ ਗੈਸਟ ਆਉਣ ਅਤੇ ਗੱਡੀ ਦੀ ਪਾਰਕਿੰਗ ਵੇਲੇ ਕੋਈ ਪ੍ਰੋਬਲਮ ਨਾ ਆਵੇ। ਅਤੇ ਮੈਨੂੰ ਯਾਦ ਹੈ ਉਸ ਰਿਜ਼ੋਰਟ ਦੇ ਜਿਹੜੇ ਓਨਰ ਸੀਗੇ ਉਹ ਵੈਸੇ ਤਾਂ ਕਦੀ ਕੋਈ ਵਿਆਹ ਨਹੀਂ ਅਟੈਂਡ ਕਰਦੇ, ਲੇਕਿਨ ਮੇਰੇ ਵਿਆਹ 'ਤੇ ਖਾਸ ਕਰਕੇ ਉਹ ਆਏ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਉਹ ਕੁੜੀ ਹੈ ਜਿਹੜੀ ਆਪ ਆਪਣਾ ਰਿਸੋਰਟ ਬੁੱਕ ਕਰ ਰਹੀ ਹੈ, ਆਪੇ ਹੀ ਕੇਟਰਰ ਬੁੱਕ ਕਰ ਰਹੀ ਹੈ, ਆਪੇ ਡਿਕੋਰ ਫਾਈਨਲ ਕਰ ਰਹੀ ਹੈ। ਜਦੋਂ ਮੇਰੀਆਂ ਲਾਵਾਂ ਹੋ ਕੇ ਆਈਆਂ ਮੈਂ ਸਟੇਜ 'ਤੇ ਬੈਠੀ, ਮੈਨੂੰ ਇਹ ਫਿਕਰ ਹੋ ਰਹੀ ਸੀਗੀ ਕਿ ਰਿਸ਼ਤੇਦਾਰ ਕਿਸੇ ਨੂੰ ਕੋਈ ਰੋਟੀ ਤਾਂ ਨਹੀਂ ਕਿਤੇ ਥੁੜ ਗਈ। ਮੈਨੂੰ ਲੱਗਦਾ ਸਹੁਰਿਆਂ ਨੂੰ ਉਦੋਂ ਕੌਨਫੀਡੈਂਸ ਤਾਂ ਹੋ ਗਿਆ ਹੋਣਾ ਵੀ ਜਿਹੜੀ ਕੁੜੀ ਆਪਣਾ ਵਿਆਹ ਸੰਭਾਲ ਸਕਦੀ ਆ ਘਰ ਵੀ ਸੰਭਾਲ ਸਕਦੀ ਆ ਨਾ। ਜੇ ਤੁਸੀਂ ਆਪਦੇ ਖਰਚੇ 'ਤੇ ਆਪਦੇ ਵਿਆਹ ਦੇ ਲਈ ਚਾਹੇ ਕੋਈ ਛੋਟੀ ਮੋਟੀ ਚੀਜ਼ ਹੀ ਤੁਸੀਂ ਬਣਾ ਲਓ ਨਾ, ਤੁਹਾਨੂੰ ਬੜੀ ਖੁਸ਼ੀ ਹੁੰਦੀ ਆ। ਮੈਂ ਪੜ੍ਹਾਈ 'ਚ ਚੰਗੀ ਸੀਗੀ, ਟੌਪਰ ਸੀਗੀ, ਅਤੇ ਮੈਨੂੰ ਕਹਿੰਦੇ ਸੀਗੇ ਵੀ ਤੂੰ ਨਾ ਡਾਕਟਰ ਅਤੇ ਟੀਚਰ ਨਹੀਂ ਬਣਨਾ। ਅਤੇ ਮੈਨੂੰ ਬੜਾ ਅਜੀਬ ਲੱਗਦਾ ਸੀ ਮੈਨੂੰ ਐਵੇਂ ਕਿਉਂ ਕਹਿੰਦੇ ਆ। ਸਵੇਰੇ 9 ਵਜੇ ਜਾਵਾਂ, ਵੱਧ ਤੋਂ ਵੱਧ 2 ਵਜੇ ਜਾਂ 5 ਵਜੇ ਘਰੇ ਆ ਜਾਣਾ। ਅਤੇ ਤੁਹਾਨੂੰ ਅਸੀਂ ਦੇਖਿਆ ਕਿ ਕਈ ਵਾਰੀ ਤੁਸੀਂ ਸਵੇਰੇ 8 ਵਜੇ ਜਾਂਦੇ ਹੋ ਅਤੇ ਰਾਤ ਦੇ 2-2:30 ਵੱਜ ਜਾਂਦੇ ਆ ਨਾ। ਅਤੇ ਕੁੜੀਆਂ ਲਈ ਬਹੁਤ ਔਖੀ ਹੈ ਸੱਚੀ ਇਹ ਗੱਲ। ਖਾਸ ਕਰਕੇ ਜੇ ਤੁਸੀਂ ਮੰਮੀ ਹੁੰਦੇ ਨਾ, ਤੁਸੀਂ ਮੈਨੂੰ ਲੱਗਦਾ ਥੱਕਦੇ ਨਹੀਂ ਹੋ। ਸਹੀ ਆ, ਭਾਵੇਂ ਤੁਸੀਂ ਜਿੰਨੇ ਮਰਜ਼ੀ ਥੱਕੇ ਹੋ, ਜੇ ਤੁਹਾਡਾ ਬੱਚਾ ਕਹਿ ਨਾ ਕਿ ਮੰਮਾ ਮੈਨੂੰ ਭੁੱਖ ਲੱਗੀ ਆ ਜਾਂ ਮੈਂ ਪਾਣੀ ਪੀਣਾ, ਤੁਸੀਂ ਉੱਠ ਕੇ ਉਹਨੂੰ ਪਾਣੀ ਦਾ ਗਲਾਸ ਦਿੰਦੇ ਹੋ, ਹੈ ਨਾ, ਕਿਉਂਕਿ ਤੁਸੀਂ ਨਹੀਂ ਰਹਿ ਸਕਦੇ। ਕਈ ਵਾਰ ਮੈਨੂੰ ਲੋਕ ਕਹਿਣਗੇ ਤੂੰ ਲੱਕੀ ਆ, ਤੇਰਾ ਮਤਲਬ ਹਸਬੈਂਡ ਬੇਬੀ ਸਿਟਿੰਗ ਕਰ ਦਿੰਦਾ ਆ, ਬੱਚਿਆਂ ਨੂੰ ਦੇਖ ਲੈਂਦੇ। ਕਹਿੰਦਾ ਮੈਂ ਕਿਹਾ ਬੇਬੀ ਸਿਟਿੰਗ ਨਹੀਂ ਕਰਦੇ, ਉਹ ਬੱਚੇ ਉਹਨਾਂ ਦੇ ਵੀ ਨੇ। ਫਾਦਰ ਸਾਹਿਬ ਨੇ ਜਾਂ ਸਾਡੇ ਹਸਬੈਂਡ ਨੇ, ਅਗਰ ਉਹਨਾਂ ਉੱਤੇ ਹੀ ਸਟ੍ਰੈਸ ਆ ਜਾਏਗਾ ਕਿ ਮੈਂ ਹੀ ਪੈਸੇ ਕਮਾਉਣੇ ਆ ਅਤੇ ਮੈਂ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ ਅਤੇ ਮੈਂ ਹੀ ਘਰ ਦਾ ਖਰਚਾ ਕਰਨਾ ਹੈ, ਅਤੇ ਇਹ ਕਿਤੇ ਨਾ ਕਿਤੇ ਉਹ ਵੀ ਬਰਡਨ ਹੋ ਜਾਂਦਾ ਹੈ। ਤੁਸੀਂ ਵਧੀਆ ਡੈਜਿਗਨੇਸ਼ਨ 'ਤੇ ਵੀ ਇੱਕ ਕੁੜੀ ਤੋਂ ਕਮਾਂਡ ਲੈਣੀ ਬਹੁਤ ਔਖੀ ਲੱਗਦੀ ਹੈ ਲੋਕਾਂ ਨੂੰ। ਇਹ ਚੀਜ਼ ਫੇਸ ਕਰਦੇ ਹੋ ਤੁਸੀਂ ਕਦੀ? ਘਰ ਵਿੱਚ ਵੀ ਮਲਟੀਪਲ ਵਰਕਸ ਹੁੰਦੇ ਆ, ਟਾਸਕ ਹੁੰਦੇ ਆ ਜਿਹੜੇ ਅਸੀਂ ਕਰਦੇ ਹਾਂ। ਅਗਰ ਮੈਂ ਪ੍ਰੋਫੈਸ਼ਨ ਦੀ ਗੱਲ ਨਹੀਂ ਵੀ ਕਰਦੇ ਅਤੇ ਜੇ ਅਸੀਂ ਉਹ ਕਰ ਸਕਦੇ ਹਾਂ ਤਾਂ ਅਸੀਂ ਵਰਕ ਲਾਈਫ ਕਿਉਂ ਨਹੀਂ ਬੈਲੈਂਸ ਕਰ ਸਕਦੇ? ਕਿ ਇਹ ਫੀਲਡ ਆ ਨਾ ਜਿਹੜੀ ਐਂਟਰਟੇਨਮੈਂਟ ਵਾਲੀ, ਇਹ 'ਚ ਲੋਕਾਂ ਨੂੰ ਬਹੁਤ ਭੁਲੇਖਾ ਹੈ ਕਿ ਕੁੜੀਆਂ ਲਈ ਬਹੁਤ ਔਖਾ, ਚਾਹੇ ਉਹ ਔਨ ਸਕਰੀਨ ਕੋਈ ਬੰਦਾ ਕੰਮ ਕਰ ਰਿਹਾ ਚਾਹੇ ਆਫ ਸਕਰੀਨ, ਹੈ ਨਾ। ਤੁਹਾਨੂੰ ਲੱਗਦਾ ਕਿ ਸੱਚੀ ਇਸ ਇੰਡਸਟਰੀ 'ਚ ਕੰਮ ਕਰਨਾ ਔਖਾ? ਮੈਂ ਕਹਿੰਦੀ 99.9% ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ 'ਤੇ ਟਿਕੀਆਂ ਹੁੰਦੀਆਂ ਨੇ ਕਿ ਤੁਸੀਂ ਅੱਗਿਓਂ ਕਿਹੋ ਜਿਹੀਆਂ ਵਾਈਬਸ ਲੈਣੀਆਂ ਨੇ। ਜਿੰਨਾ ਤੁਸੀਂ ਪੋਜ਼ੀਟਿਵ ਸੋਚੋਗੇ ਉਨਾ ਤੁਹਾਨੂੰ ਪੋਜ਼ੀਟਿਵ ਗਰੋਥ ਮਿਲੇਗੀ। ਜੇ ਤੁਸੀਂ ਨੈਗੇਟਿਵ ਸੋਚੋਗੇ ਬਸ ਤੁਹਾਨੂੰ ਨੈਗੇਟਿਵਿਟੀ ਹੀ ਅਟਰੈਕਟ ਕਰੇਗੀ, ਔਰ ਨੈਗੇਟਿਵਿਟੀ ਤੁਹਾਨੂੰ ਬਹੁਤ ਜਲਦੀ ਅਟਰੈਕਟ ਕਰਦੀ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ। ਕੱਲ੍ਹ ਤੇ ਗੱਲ ਦੇ ਨਵੇਂ ਐਪੀਸੋਡ 'ਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਹਮੇਸ਼ਾ ਗੱਲਬਾਤ ਕਰਦੇ ਹੁੰਦੇ ਹਾਂ ਕਿ ਔਰਤਾਂ ਦੀ ਸਵੈ ਨਿਰਭਰਤਾ, ਔਰਤਾਂ ਦੀ ਸੈਲਫ ਡਿਪੈਂਡੈਂਸੀ, ਅਤੇ ਅੱਜ ਇਸੇ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ। ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਇਗਜ਼ਾਮਪਲ ਵੀ ਆ ਅਤੇ ਸਾਡੇ ਗੈਸਟ ਵੀ ਨੇ। ਜਸਪ੍ਰੀਤ ਧੰਜਲ ਅੱਜ ਸਾਡੇ ਨਾਲ ਹੋਣਗੇ ਇਸ ਪ੍ਰੋਗਰਾਮ ਦੇ ਵਿੱਚ। ਆਪਣੇ ਪਰਿਵਾਰ 'ਚ ਕਈ ਦਹਾਕਿਆਂ ਬਾਅਦ ਪਹਿਲੀ ਕੁੜੀ ਹੋਈ ਅਤੇ ਉਹ ਕੁੜੀ ਸੀ ਜਿਹੜੀ ਕਿ ਆਪਣੇ ਪਰਿਵਾਰ ਦੇ ਵਿੱਚੋਂ ਬਾਹਰ ਪੜ੍ਹਨ ਦੇ ਲਈ ਆਈ, ਜਿਹਨੇ ਗ੍ਰੈਜੂਏਸ਼ਨ ਅਤੇ ਮਾਸਟਰਸ ਕੀਤੀ ਅਤੇ ਉਸ ਤੋਂ ਬਾਅਦ ਪ੍ਰੋਫੈਸ਼ਨਲ ਕਰੀਅਰ ਉਹਨਾਂ ਦਾ ਸ਼ੁਰੂ ਹੋਇਆ। ਅਤੇ ਇਸ ਟਾਈਮ ਡਿਜੀਟਲ ਮਾਰਕੀਟਿੰਗ ਦੀ ਬਹੁਤ ਵੱਡੀ ਫਰਮ ਹੈ ਵਨ ਡਿਜੀਟਲ ਐਂਟਰਟੇਨਮੈਂਟਸ, ਉਹਦੇ ਵਿੱਚ ਉਹ ਕੰਮ ਕਰ ਰਹੇ ਨੇ।
ਅੱਜ ਅਸੀਂ ਉਹਨਾਂ ਬਾਰੇ ਥੋੜ੍ਹਾ ਜਿਹਾ ਜਾਣਾਂਗੇ ਵੀ, ਅਤੇ ਨਾਲ ਆਪਾਂ ਇਹ ਵੀ ਗੱਲਬਾਤ ਕਰਾਂਗੇ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਔਰਤਾਂ ਦਾ ਕਮਾਉਂਦੇ ਹੋਣਾ ਵੀ ਬੜਾ ਜ਼ਰੂਰੀ ਆ, ਅਤੇ ਉਹਦੇ ਕਮਾਉਣ ਦੇ ਨਾਲ ਪਰਿਵਾਰ ਨੂੰ ਅਤੇ ਉਹਨੂੰ ਖੁਦ ਨੂੰ ਕੀ ਚੀਜ਼ਾਂ ਮਹਿਸੂਸ ਹੁੰਦੀਆਂ ਨੇ, ਅਤੇ ਉਹਦੇ ਨਾਲ ਕਿਉਂਕਿ ਇੱਕ ਬੱਚੇ ਦੀ ਮਾਂ ਵੀ ਨੇ, ਅਤੇ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਆਪਣੀ ਪਰਸਨਲ ਲਾਈਫ, ਆਪਣੇ ਬੱਚੇ ਨੂੰ ਉਹ ਕਿਵੇਂ ਦੇਖਦੇ ਨੇ ਅਤੇ ਕਿੰਨਾ ਕੁ ਟਾਈਮ ਉਹ ਦੇ ਪਾਉਂਦੇ ਨੇਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਆਮ ਤੌਰ 'ਤੇ ਜਿੱਥੇ ਕਿਤੇ ਵੀ 4 ਜਣੇ ਬੈਠਦੇ ਹਾਂ ਹਮੇਸ਼ਾ ਹੀ ਡਿਸਕਸ ਕਰਦੇ ਰਹਿੰਦੇ ਹਾਂ, ਅਤੇ ਉਹਨਾਂ ਦੇ ਨਾਲ ਵੀ ਅੱਜ ਅਸੀਂ ਇਹੀ ਗੱਲਾਂ ਬਾਤਾਂ ਕਰਾਂਗੇ। ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਵੀ ਹੋਣਗੇ। ਅਸੀਂ ਦੋਵਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁੱਡੀ। ਸਤਿ ਸ਼੍ਰੀ ਅਕਾਲ ਜਸਪ੍ਰੀਤ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ? ਮੈਂ ਵਧੀਆ, ਬਿਲਕੁਲ ਠੀਕ ਠਾਕ। ਠੀਕ ਠਾਕ ਹੋ? ਹਾਂਜੀ ਬਿਲਕੁਲ, ਥੈਂਕ ਯੂ ਸੋ ਮਚ ਮੈਨੂੰ ਆਪਣੇ ਇਸ ਖੂਬਸੂਰਤ ਸ਼ੋਅ ਦਾ ਹਿੱਸਾ ਬਣਾਉਣ ਦੇ ਲਈ, ਅਤੇ ਉਮੀਦ ਕਰਦੀ ਹਾਂ ਕਿ ਅੱਜ ਆਪਣੀ ਜੋ ਵੀ ਗੱਲਬਾਤ ਹੋਏਗੀ ਇਹਦੇ ਵਿੱਚ ਜਿਹੜੇ ਵੀ ਸਾਨੂੰ ਦਰਸ਼ਕ ਦੇਖ ਰਹੇ ਆ ਉਹਨਾਂ ਨੂੰ ਕੁਛ ਨਾ ਕੁਛ ਅਸੀਂ ਆਪਣੀ ਲਾਈਫ ਦੇ ਤਜਰਬੇ ਦੇ ਨਾਲ ਕੁਛ ਨਾ ਕੁਛ ਚੀਜ਼ਾਂ ਜਾਂ ਮੈਸੇਜ ਦੇ ਸਕੀਏ, ਅਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਆਪਣੀ ਲਾਈਫ ਨੂੰ ਇੱਕ ਸੈਟਿਸਫੈਕਸ਼ਨ ਹੋ ਜਾਏਗੀ ਕਿ ਸ਼ਾਇਦ ਕਿਸੇ ਨੂੰ ਅਸੀਂ ਮੋਟੀਵੇਟ ਕਰ ਸਕੇ। ਦੇਖੋ ਕੰਮ ਤਾਂ ਬਹੁਤ ਕੁੜੀਆਂ ਕਰ ਰਹੀਆਂ ਨੇਗੀਆਂ ਹੈ ਨਾ। ਹੁਣ ਤਾਂ ਮੈਂ ਕਹਿੰਦੀ ਹਾਂ ਕੋਈ ਕੁੜੀ ਹੋਣੀ ਹੈ ਜਿਹੜੀ ਇਹ ਨਹੀਂ ਸੋਚਦੀ ਕਿ ਮੈਂ ਪੜ੍ਹਾਈ ਕਰਨ ਤੋਂ ਬਾਅਦ ਕੋਈ ਜੋਬ ਨਹੀਂ ਕਰਨੀ ਹੈ ਨਾ। ਪਰ ਤੁਹਾਡੀ ਸਟੋਰੀ ਮੈਨੂੰ ਇਸ ਕਰਕੇ ਵੀ ਇੰਸਪਾਇਰਿੰਗ ਲੱਗਦੀ ਹੁੰਦੀ ਹੈ, ਜਿਹਨੂੰ ਸੋਚ ਕੇ ਆਪਾਂ ਕਿਹਾ ਕਿ ਆਪਾਂ ਤੁਹਾਨੂੰ ਸਕਰੀਨ 'ਤੇ ਲੈ ਕੇ ਆਈਏ ਅਤੇ ਤੁਹਾਡੀ ਕਹਾਣੀ ਸਾਂਝੀ ਕਰੀਏ, ਕਿਉਂਕਿ ਇਹ ਨਾ ਇੱਕ ਸਟੀਰੀਓਟਾਈਪ ਸੋਚ ਆ ਵੀ ਕੁੜੀਆਂ ਨੂੰ ਵਿਆਹਾਂ ਦਾ, ਕੱਪੜਿਆਂ ਦਾ, ਮੇਕਅਪ ਦਾ ਸ਼ੌਂਕ ਹੁੰਦਾ ਵੀ ਆ, ਇਹ ਨਹੀਂ ਆ ਕਿ ਨਹੀਂ ਹੁੰਦਾ ਹੈ ਨਾ। ਪਰ ਜਦੋਂ ਸਾਨੂੰ ਪਤਾ ਲੱਗਿਆ ਸੀ, ਹਰਮਨ ਨੇ ਸਾਨੂੰ ਇੱਕ ਕਹਾਣੀ ਦੱਸੀ ਸੀ ਕਿ ਉਹਨਾਂ ਨੇ ਆਪਣਾ ਵਿਆਹ ਵੀ ਖੁਦ ਔਰਗੇਨਾਈਜ਼ ਕੀਤਾ ਸੀ। ਹਾਂਜੀ ਹਾਂਜੀ। ਅਤੇ ਉਸ ਦਿਨ ਤੁਸੀਂ ਕਿਹਾ ਕਿ ਜਦੋਂ ਮੈਨੂੰ ਸ਼ਗਨ ਪੈ ਰਿਹਾ ਸੀ ਮੈਨੂੰ ਇਸ ਚੀਜ਼ ਦਾ ਫਿਕਰ ਨਹੀਂ ਸੀ ਵੀ ਮੈਂ ਸੋਹਣੀ ਲੱਗ ਰਹੀ ਹਾਂ ਕਿ ਨਹੀਂ ਲੱਗ ਰਹੀ, ਮੈਂ ਕੀ ਲਹਿੰਗਾ ਪਾਇਆ ਜਾਂ ਮੈਂ ਕਿਵੇਂ ਦੀ ਦਿਸ ਰਹੀ ਹਾਂ। ਮੈਨੂੰ ਇਸ ਗੱਲ ਦਾ ਫਿਕਰ ਸੀਗਾ ਕਿ ਜਿੰਨੇ ਬਰਾਤੀ ਆਏ ਹੋਏ ਨੇ ਵਿਆਹ 'ਚ, ਜਾਂ ਜਿੰਨੇ ਲੋਕ ਵਿਆਹ 'ਚ ਸ਼ਾਮਿਲ ਹੋਏ ਨੇ, ਉਹਨਾਂ ਨੂੰ ਸਾਰਿਆਂ ਨੂੰ ਖਾਣਾ ਪਾਣੀ ਮਿਲ ਰਿਹਾ, ਸਾਰਾ ਕੁਝ ਠੀਕ ਠਾਕ ਹੋ ਗਿਆ ਹੈ ਨਾ। ਅਤੇ ਵਿਆਹ ਵਾਲੇ ਦਿਨ ਮੈਨੂੰ ਲੱਗਦਾ ਕਿ ਕਿਸੇ ਕੁੜੀ ਦੇ ਮੂੰਹੋਂ ਇਹ ਗੱਲ ਬਹੁਤ ਘੱਟ ਆਪਾਂ ਸੁਣਦੇ ਹਾਂ ਹੈ ਨਾ। ਬਿਲਕੁਲ ਬਿਲਕੁਲ। ਅਤੇ ਮੈਂ ਚਾਹੁੰਦੀ ਹਾਂ ਕਿ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਆਪਦੇ ਬਾਰੇ ਸਾਨੂੰ ਦੱਸੋ ਕਿ ਤੁਸੀਂ ਕਿੱਥੋਂ ਨੂੰ ਜਾਂ ਕਿਹੜੇ ਪਰਿਵਾਰ ਨੂੰ ਤੁਸੀਂ ਬਿਲੋਂਗ ਕਰਦੇ ਹੋ, ਅਤੇ ਉਹ ਕਹਾਣੀ ਵੀ ਦੱਸੋ ਕਿ ਕਿੰਨੇ ਸਾਲਾਂ ਬਾਅਦ ਉਸ ਪਰਿਵਾਰ 'ਚ ਕੁੜੀ ਦਾ ਜਨਮ ਹੋਇਆ। ਮੈਂ ਜਿਸ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਉਸ ਪਰਿਵਾਰ ਦੇ ਵਿੱਚ 4 ਪੀੜ੍ਹੀਆਂ ਤੱਕ ਕੋਈ ਕੁੜੀ ਨਹੀਂ ਸੀਗੀ। ਸੋ ਮੈਂ ਚੌਥੀ ਪੀੜ੍ਹੀ ਦੇ ਵਿੱਚ ਕੁੜੀ ਹੋਈ, ਅਤੇ ਬਾਕੀ ਮੇਰੇ ਪਰਿਵਾਰ ਦੇ ਵਿੱਚ ਸਾਰੇ ਮੁੰਡੇ ਨੇ। ਮਤਲਬ ਮੇਰੇ ਪਾਪਾ ਹੋਣੇ ਵੀ 4 ਭਰਾ ਸੀਗੇ, ਮੇਰੇ ਦਾਦਾ ਜੀ ਹੁਣੇ 2 ਭਰਾ ਸੀਗੇ, ਫਿਰ ਮੇਰੇ ਅਗਲੇ ਜਿਹੜੇ ਮਤਲਬ ਮੇਰੀ ਜਨਰੇਸ਼ਨ ਹੈ ਉਹ 'ਚ ਵੀ ਸਾਰੇ ਮੁੰਡੇ ਸੀਗੇ, ਅਤੇ ਮੈਂ ਪਹਿਲੀ ਕੁੜੀ ਉਸ ਪਰਿਵਾਰ 'ਚ ਆਈ ਸੀ। ਫਿਰ ਮੇਰੇ ਤੋਂ ਬਾਅਦ 7 ਸਾਲਾਂ ਬਾਅਦ ਸਾਡੇ ਪਰਿਵਾਰ 'ਚ ਇੱਕ ਹੋਰ ਧੀ ਆਈ। ਉਹ ਵੀ ਮੈਨੂੰ ਯਾਦ ਹੈ ਕਿ ਮੈਂ ਖੁਦ ਅਰਦਾਸ ਕਰਦੀ ਹੁੰਦੀ ਸੀਗੀ ਸ਼ਹੀਦਾਂ ਸਾਹਿਬ ਗੁਰਦੁਆਰੇ ਜਾ ਕੇ। ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੀ ਹਾਂ, ਮੇਰਾ ਜਨਮ ਅੰਮ੍ਰਿਤਸਰ ਹੀ ਹੋਇਆ ਹੈ, ਔਰ ਮੈਂ ਪੜ੍ਹਾਈ ਵੀ ਮੇਰੀ ਅੰਮ੍ਰਿਤਸਰ ਹੀ ਹੋਈ ਹੈ। ਬਾਏ ਪ੍ਰੋਫੈਸ਼ਨ ਮੈਂ ਚੰਡੀਗੜ੍ਹ ਦੇ ਵਿੱਚ ਸੈਟਲ ਹਾਂ। ਅਤੇ ਮੇਰੇ ਪਰਿਵਾਰ 'ਚ ਜਦੋਂ ਮੇਰਾ ਜਨਮ ਹੁੰਦਾ ਹੈ ਤਾਂ ਮਤਲਬ ਮੇਰੇ ਸਭ ਤੋਂ ਜ਼ਿਆਦਾ ਖੁਸ਼ੀ ਮੇਰੇ ਦਾਦਾ ਜੀ ਨੂੰ ਹੋਈ ਸੀਗੀ, ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਸੀਗਾ ਕਿਉਂਕਿ ਪਰਿਵਾਰ 'ਚ ਮੁੰਡੇ ਨੇ, ਅਤੇ ਸਾਡੇ ਘਰ ਨੂੰ ਕਿਹਾ ਜਾਂਦਾ ਸੀ ਮੁੰਡਿਆਂ ਵਾਲਾ ਘਰ। ਅਤੇ ਮੇਰੇ ਦਾਦਾ ਜੀ ਨੂੰ ਬੜੀ ਚੀਜ਼ ਅਜੀਬ ਲੱਗਦੀ ਹੁੰਦੀ ਸੀਗੀ ਵੀ ਪਰਮਾਤਮਾ ਹੀ ਹਰ ਘਰ ਦੇ ਵਿੱਚ ਬੱਚੇ ਨੂੰ ਭੇਜਦਾ ਹੈ ਨਾ, ਅਤੇ ਹਰ ਬੱਚਾ ਪਰਮਾਤਮਾ ਦਾ ਰੂਪ ਹੈ, ਲੇਕਿਨ ਸਾਡੇ ਗਲੀ ਦੇ ਵਿੱਚ ਕਿਹਾ ਜਾਂਦਾ ਸੀ ਮੁੰਡਿਆਂ ਵਾਲਾ ਘਰ। ਅਤੇ ਜਦੋਂ ਮੈਂ ਪੈਦਾ ਹੋਈ ਤਾਂ ਮੇਰੇ ਦਾਦਾ ਜੀ ਸਭ ਤੋਂ ਜ਼ਿਆਦਾ ਖੁਸ਼ ਸੀਗੇ ਕਿ ਚਲੋ ਇਸ ਕੁੜੀ ਨੇ ਆ ਕੇ ਪਹਿਲਾਂ ਤਾਂ ਇਹ ਰੀਤ ਤੋੜਤੀ, ਅੱਲ ਸਾਡੀ ਟੁੱਟੂਗੀ ਕਿ ਕੁੜੀ ਜਿਹੜੀ ਆ ਉਹ ਹੁਣ ਸਾਡੇ ਪਰਿਵਾਰ 'ਚ ਹੀ ਹੈ। ਤਾਂ ਬਹੁਤ ਖੁਸ਼ ਸੀਗੇ ਕੁੜੀ ਆਈ ਹੈ। ਬਟ ਹਾਂ, ਘਰ ਦਾ ਮਾਹੌਲ ਥੋੜ੍ਹਾ ਜਿਹਾ ਮੇਰਾ ਵੱਖਰਾ ਸੀਗਾ ਕਿਉਂਕਿ ਸਾਰੇ ਮੁੰਡੇ ਸੀਗੇ, ਅਤੇ ਇੱਕ ਕੁੜੀ ਦਾ ਹੋਣਾ, ਕੁੜੀ ਦੀ ਪਰਵਰਿਸ਼ ਵਿੱਚ ਵੀ ਬੜਾ ਫ਼ਰਕ ਹੁੰਦਾ ਹੈ ਨਾ। ਅਤੇ ਮੈਨੂੰ ਯਾਦ ਹੈ ਕਿ ਸਾਰਿਆਂ ਨੂੰ ਕੁਛ ਨਾ ਕੁਛ ਲੱਗਣਾ ਕਿ ਨਹੀਂ ਕੁੜੀ ਇਹਨੂੰ ਜ਼ਿਆਦਾ ਧਿਆਨ ਰੱਖਣਾ ਹੈ, ਜਦੋਂ ਥੋੜ੍ਹੀ ਵੱਡੀ ਹੋ ਗਈ ਅਤੇ ਮੁੰਡੇ ਅਟਰੈਕਟ ਹੁੰਦੇ ਨੇ ਤਾਂ ਆਪਾਂ ਨੂੰ ਇਹ ਵੀ ਧਿਆਨ ਰੱਖਣਾ ਹੈ। ਮੇਰੇ ਸਭ ਤੋਂ ਛੋਟੇ ਚਾਚਾ ਜੀ, ਉਹਨਾਂ ਨੂੰ ਬੜਾ ਧਿਆਨ ਹੁੰਦਾ ਸੀਗਾ ਕਿ ਕੁੜੀ ਜਦੋਂ ਜਵਾਨ ਹੋ ਗਈ ਤਾਂ ਜ਼ਿਆਦਾ ਧਿਆਨ ਰੱਖਣਾ ਹੈ ਵੀ ਤੁਸੀਂ ਬਾਹਰ ਨਹੀਂ ਜਾਣ ਦੇਣਾ, ਇਹਨੂੰ ਇੱਥੇ ਨਹੀਂ ਪਾਉਣ ਦੇਣਾ, ਕੱਪੜੇ ਨਹੀਂ ਇਹੋ ਜਿਹੇ ਪਾਉਣ ਦੇਣੇ ਹੈ ਨਾ। ਅਤੇ ਉਹ ਬੜਾ ਕਰਦੇ ਹੁੰਦੇ ਸੀ। ਪਰ ਮੇਰੀ ਮਾਤਾ ਜੀ ਜਿਹੜੇ ਆ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਕਿਉਂਕਿ ਉਹ ਖੁਦ ਭੈਣਾਂ ਸੀਗੀਆਂ 4। ਅਤੇ ਇਸ ਕਰਕੇ ਉਹਨਾਂ ਦੇ ਲਈ ਕੋਈ ਮਤਲਬ ਆਮ ਮਤਲਬ ਅਜੀਬ ਨਹੀਂ ਲੱਗਦਾ ਸੀਗਾ। ਬਟ ਹਾਂ, ਘਰ ਦਾ ਮਾਹੌਲ ਥੋੜ੍ਹਾ ਜਿਹਾ ਅਜੀਬ ਸੀਗਾ, ਅਤੇ ਉਹ ਹਮੇਸ਼ਾ ਮੇਰੇ ਲਈ ਕਹਿੰਦੇ ਹੁੰਦੇ ਸੀ ਕੋਈ ਗੱਲ ਨਹੀਂ, ਕੁੜੀ ਹੈ, ਕੋਈ ਵੱਖਰਾ ਨਹੀਂ ਕੋਈ ਆਇਆ ਸਾਡੇ ਘਰ। ਅਤੇ ਉਹਨਾਂ ਨੇ ਬੜਾ ਸਪੋਰਟ ਕੀਤਾ ਮੇਰੀ ਪੜ੍ਹਾਈ ਨੂੰ ਲੈ ਕੇ, ਮੇਰੀ ਪਰਵਰਿਸ਼ ਨੂੰ ਲੈ ਕੇ। ਮੇਰਾ ਜਦੋਂ ਕਾਲਜ ਤੋਂ ਬਾਅਦ ਮੇਰੀ ਇੰਟਰਨਸ਼ਿਪ ਸੀਗੀ 3 ਮਹੀਨਿਆਂ ਦੀ,
ਤੇ ਉਹ ਇੰਟਰਨਸ਼ਿਪ ਅੰਮ੍ਰਿਤਸਰ ਦੇ ਵਿੱਚ ਨਹੀਂ ਹੋ ਸਕਦੀ ਸੀਗੀ, ਉਹਦੇ ਲਈ ਮੈਨੂੰ ਅੰਮ੍ਰਿਤਸਰ ਤੋਂ ਬਾਹਰ ਹੀ ਜਾਣਾ ਪੈਣਾ ਸੀਗਾ। ਔਰ ਇੱਕ ਗੱਲ ਇਹ ਵੀ ਆ ਕਿ ਮੈਂ ਆਪਣੇ ਪਰਿਵਾਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਹਾਂ। ਮਤਲਬ ਮੇਰੇ ਮਾਤਾ ਪਿਤਾ ਵੀ ਇੰਨੇ ਪੜ੍ਹੇ ਨਹੀਂ ਆ ਤੇ ਚਾਚਾ ਜੀ ਹੋਣੇ ਵੀ ਇੰਨੇ ਪੜ੍ਹੇ ਨਹੀਂ ਆ, ਸਭ ਬਿਜ਼ਨਸ ਵਾਲੇ ਆ। ਤੇ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਹੈ ਨਹੀਂ ਕਿ ਕੋਈ ਨੌਕਰੀ ਕਰਨ ਵਾਲਾ ਜਾਂ ਜਿਹੜਾ ਜ਼ਿਆਦਾ ਪੜ੍ਹਨ ਵਾਲਾ। ਤੇ ਜਦੋਂ ਮੇਰੀ ਗ੍ਰੈਜੂਏਸ਼ਨ ਸੀਗੀ ਉਸ ਟਾਈਮ ਮਤਲਬ ਮੈਂ ਆਉਣਾ ਸੀਗਾ ਚੰਡੀਗੜ੍ਹ ਇੰਟਰਨਸ਼ਿਪ ਦੇ ਲਈ। ਅੱਛਾ। ਤੇ ਮੇਰੇ ਪਾਪਾ ਨੇ ਮੰਮੀ ਨੂੰ ਕਿਹਾ ਵੀ ਕੁੜੀ ਨੂੰ ਬਾਹਰ ਭੇਜਣਾ। ਚੱਲ ਤੂੰ ਪੜ੍ਹਾਉਣ ਨੂੰ ਕਿਹਾ ਸੀ, ਪੜ੍ਹਾ ਦਿੱਤਾ, ਪਰ ਬਾਹਰ ਭੇਜਣਾ ਜ਼ਰੂਰੀ ਹੈ। ਤੇ ਮੇਰੀ ਇੰਟਰਨਸ਼ਿਪ ਦੇ ਨਾ ਜ਼ਰੂਰੀ ਇਸ ਕਰਕੇ ਸੀ ਕਿਉਂਕਿ ਡਿਗਰੀ ਸਾਨੂੰ ਤਾਂ ਹੀ ਮਿਲਣੀ ਸੀਗੀ ਜਿਉ ਤੁਸੀਂ ਹਾਂਜੀ ਪ੍ਰੋਜੈਕਟ ਵਗੈਰਾ ਆਪਣਾ ਹੁੰਦਾ ਹੈ। ਹਾਂਜੀ ਹਾਂਜੀ, ਤੁਹਾਨੂੰ ਪ੍ਰੋਫੈਸ਼ਨਲ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਤੇ ਉਹ ਮੇਰੀ ਡਿਗਰੀ ਦਾ ਇੱਕ ਕਹਿ ਲਓ ਕਲੌਜ਼ ਸੀਗਾ ਕਿ ਜਦ ਤੱਕ ਤੁਸੀਂ ਉਹ ਨਹੀਂ ਲਓਗੇ ਤੁਹਾਨੂੰ ਡਿਗਰੀ ਨਹੀਂ ਮਿਲਣੀ। ਤੇ ਮੈਂ ਘਰੇ ਫਿਰ ਬੋਲਿਆ ਕਿ ਮੈਨੂੰ ਤਾਂ ਚਾਹੀਦੀ ਹੈ ਵੀ ਮੈਂ ਇੰਨੀ ਮਿਹਨਤ ਕੀਤੀ, ਇੰਨੀ ਪੜ੍ਹਾਈ ਕੀਤੀ ਹੈ ਤੇ ਮੈਨੂੰ ਤਾਂ ਜਾਣਾ ਹੈ ਬਾਹਰ, ਮੈਨੂੰ ਭੇਜੋ। ਤੇ ਮੈਂ ਚੰਡੀਗੜ੍ਹ ਜਾਊਂਗੀ, ਜ਼ਿਆਦਾ ਦੂਰ ਨਹੀਂ ਜਾਊਂਗੀ। ਔਰ ਮੈਨੂੰ ਯਾਦ ਹੈ ਕਿ ਮੈਂ ਮਸਾਂ ਆਪਣੇ ਮੰਮੀ ਪਾਪਾ ਨਾਲ ਜ਼ਿਆਦਾ ਤੋਂ ਜ਼ਿਆਦਾ ਲੁਧਿਆਣੇ ਤੱਕ ਗਈ ਹੋਵਾਂਗੀ, ਇਸ ਤੋਂ ਵੱਧ ਨਹੀਂ ਕਦੀ ਦੂਰ ਗਈ ਕਿਉਂਕਿ ਲੁਧਿਆਣੇ ਵੀ ਮਾਸੀ ਜੀ ਹੋਣੇ ਹੁੰਦੇ ਸੀਗੇ। ਤੇ ਫਿਰ ਫਿਰ ਕਾਫੀ ਮੁੱਦਾ ਚੱਲਿਆ ਇਸ ਦੇ ਉੱਤੇ ਵੀ ਕੁੜੀ ਨੂੰ ਬਾਹਰ ਭੇਜਣਾ ਹੈ, ਕੁੜੀ ਕੱਲ੍ਹ ਨੂੰ ਸਾਡੇ ਲਈ ਚੰਡੀਗੜ੍ਹ ਵੀ ਬਾਹਰ ਹੀ ਆ ਕਿ ਜੇ ਕੁੜੀ ਵਿਗੜ ਗਈ ਤੇ ਫਿਰ ਹੈ ਨਾ। ਇਹ ਡਰ ਮਾਂ ਪਿਓ ਦਾ ਜਾਇਜ਼ ਹੈ ਮੈਨੂੰ ਲੱਗਦਾ ਹੈ ਕਿਉਂਕਿ ਸਮਾਂ ਮਾਹੌਲ ਸਾਰਾ ਕੁਝ ਮਾਂ ਪਿਓ ਦੇਖਦੇ। ਜਦੋਂ ਤੁਸੀਂ ਆਪ ਮਾਂ ਪਿਓ ਹੋ ਜਾਂਦੇ ਫਿਰ ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ। ਤੇ ਮੈਂ ਇਹ ਕਹਾਂਗੀ ਕਿ ਉਸ ਟਾਈਮ ਮੇਰੇ ਮੰਮੀ ਪਾਪਾ ਦਾ ਸੋਚਣਾ ਵੀ ਸਹੀ ਸੀਗਾ ਮੈਨੂੰ ਲੈ ਕੇ ਕਿ ਬਾਹਰ ਭੇਜਣਾ ਹੈ। ਲੇਕਿਨ ਬੜੀ ਹਿੰਮਤ ਕਰਕੇ ਮੇਰੇ ਪਿਤਾ ਜੀ ਨੇ ਮੈਨੂੰ ਛੱਡਿਆ ਇੱਥੇ 3 ਮਹੀਨੇ ਦੇ ਲਈ। ਮੈਨੂੰ ਕਹਿੰਦੇ ਬਸ 3 ਮਹੀਨੇ ਤੇ ਤੂੰ ਆਪਣੀਆਂ ਇੰਟਰਨਸ਼ਿਪ ਪੂਰੀ ਕਰੀ ਤੇ ਫਿਰ ਵਾਪਸ ਘਰ ਆ ਜੀ। ਅੱਛਾ। ਤੇ ਮੇਰੀ ਮਾਤਾ ਜੀ ਨੇ ਵੀ ਬਹੁਤ ਸਪੋਰਟ ਕੀਤਾ ਵੀ ਨਹੀਂ ਇਹਨੂੰ ਭੇਜਣਾ ਹੈ, ਬਾਹਰ ਭੇਜੋ, ਨਿਕਲੇਗੀ ਤੇ ਪਤਾ ਲੱਗੇਗਾ ਦੁਨੀਆ ਕਿਹੋ ਜਿਹੀ ਆ। ਤੇ ਬਸ ਫਿਰ ਉਹ 3 ਮਹੀਨੇ ਜਦੋਂ ਇੰਟਰਨਸ਼ਿਪ ਦੇ ਮੈਂ ਕੀਤੇ ਤੇ ਉਸ ਤੋਂ ਬਾਅਦ ਵਾਕਈ ਦੁਨੀਆ ਦੇਖੀ ਕਿਵੇਂ ਆ ਲਾਈਫ ਦੇ ਵਿੱਚ ਅੱਗੇ ਵਧਣ ਦੇ ਲਈ। ਬਸ ਫਿਰ ਅਸੀਂ ਉਦੋਂ ਦੇ ਚੰਡੀਗੜ੍ਹ ਦੇ ਹੀ ਹੋ ਗਏ ਉਸ ਤੋਂ ਬਾਅਦ ਮੁੜ ਕੇ ਨਹੀਂ ਦੇਖਿਆ ਪਿੱਛੇ। ਤੇ ਵਿਆਹ ਦਾ ਜ਼ਿਕਰ ਇਸ ਕਰਕੇ ਮੈਂ ਕਹਿੰਦੀ ਕਿ ਜਦੋਂ ਮੇਰਾ ਵਿਆਹ ਹੋਇਆ ਸੀਗਾ ਮੇਰੇ ਫਾਦਰ ਸਾਹਿਬ ਮੇਰੇ ਵਿਆਹ ਤੋਂ 1 ਸਾਲ ਪਹਿਲਾਂ ਪੂਰੇ ਹੋ ਗਏ ਸੀਗੇ। ਤੇ ਇਸ ਕਰਕੇ ਮੈਂ ਵੱਡੀ ਹਾਂ ਘਰ 'ਚੋਂ, ਮੇਰਾ ਇੱਕ ਛੋਟਾ ਭਰਾ। ਉਸ ਟਾਈਮ ਬ੍ਰਦਰ ਮੇਰਾ ਜਿਹੜਾ ਸੀਗਾ ਉਹ ਪੜ੍ਹਾਈ ਕਰ ਰਿਹਾ ਸੀਗਾ ਤੇ ਮੈਂ ਹੀ ਸੀਗੀ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਸੀਗੀ ਉਦੋਂ। ਤੇ ਮੈਨੂੰ ਲੱਗਦਾ ਮੇਰੀ ਤਨਖਾਹ ਵੀ ਉਦੋਂ ਕੋਈ ਜ਼ਿਆਦਾ ਤਨਖਾਹ ਵੱਡੀ ਨਹੀਂ ਸੀਗੀ, 7,000 ਤਨਖਾਹ ਹੋਏਗੀ ਉਸ ਟਾਈਮ। ਅੱਛਾ। ਤੇ ਵਿਆਹ ਪਾਪਾ ਦੇ ਜਾਣ ਤੋਂ ਬਾਅਦ ਫਿਰ ਮੇਰੇ ਤੇ ਇਹ ਆ ਗਿਆ ਕਿ ਮੈਂ ਆਪਣਾ ਘਰ ਦੇਖਣਾ। ਲੇਕਿਨ ਬਾਕੀ ਪਰਿਵਾਰ ਵਾਲਿਆਂ ਦਾ ਵੀ ਜਾਇਜ਼ ਸੀਗਾ ਕਹਿਣਾ ਕਿ ਉਮਰ ਦੇ ਨਾਲ ਨਾਲ ਵਿਆਹ ਕਰਾਉਣਾ ਵੀ ਜ਼ਰੂਰੀ ਹੈ। ਸੋ ਉਸ ਵਕਤ ਫਿਰ ਮੈਂ ਪੈਸੇ ਜੋੜੇ ਕਿ ਮੈਂ ਆਪਣਾ ਵਿਆਹ ਕਰਨਾ ਵੀ ਹੈ ਕਿਉਂਕਿ ਉਹ ਵੀ ਇੱਕ ਜ਼ਰੂਰੀ ਹੈ ਸਮਾਜ ਦਾ। ਉਹ ਵੀ ਤੁਸੀਂ ਸਮਾਜ 'ਚ ਰਹਿੰਦੇ, ਤੁਸੀਂ ਜ਼ਿਆਦਾ ਦੇਰ ਤੱਕ ਤੁਹਾਨੂੰ ਇਹ ਵੀ ਚੀਜ਼ਾਂ ਦਾ ਧਿਆਨ ਰੱਖਣਾ ਹੈ। ਸੋ ਫਿਰ ਉਸ ਟਾਈਮ ਜਦੋਂ ਮੇਰਾ ਵਿਆਹ ਸੀਗਾ ਮੇਰੇ ਜਿਹੜੇ ਮੇਰੇ ਇਨ-ਲॉज ਆ ਬਹੁਤ ਵਧੀਆ ਨੇ, ਬਹੁਤ ਸਪੋਰਟਿਵ ਨੇ। ਤੇ ਉਹਨਾਂ ਨੇ ਮੇਰੇ ਤੋਂ ਵਿਆਹ ਤੋਂ ਸਾਡੇ ਤੋਂ ਕੋਈ ਫਰਮਾਇਸ਼ ਨਹੀਂ ਰੱਖੀ ਸੀਗੀ ਕਿ ਸਾਨੂੰ ਆਹ ਚਾਹੀਦਾ ਜਾਂ ਸਾਨੂੰ ਤੁਸੀਂ ਫਰਨੀਚਰ ਦਿਓ, ਐਵੇਂ ਦੀ ਕੋਈ ਫਰਮਾਇਸ਼ ਨਹੀਂ। ਖਾਸ ਕਰਕੇ ਮੇਰੇ ਫਾਦਰ ਸਾਹਿਬ ਮਤਲਬ ਮੇਰੇ ਸਹੁਰਾ ਸਾਹਿਬ ਬਹੁਤ ਖਿਲਾਫ ਸੀਗੇ ਇਹਨਾਂ ਚੀਜ਼ਾਂ ਤੋਂ। ਬਸ ਉਹਨਾਂ ਦੀ ਇੱਕ ਹੀ ਗੁਜ਼ਾਰਿਸ਼ ਸੀ ਕਿ ਵਿਆਹ ਵਧੀਆ ਹੋਣਾ ਚਾਹੀਦਾ ਹੈ। ਤੇ ਮੇਰੇ ਪਰਿਵਾਰ 'ਚ ਬਹੁਤ ਸਧਾਰਨ ਵਿਆਹ ਹੁੰਦੇ ਸੀਗੇ। ਉਸ ਜਿਸ ਫੈਮਿਲੀ 'ਚ ਮੈਂ ਵਿਆਹ ਕੇ ਗਈ ਉਹ ਪੜ੍ਹੀ ਲਿਖੀ ਫੈਮਿਲੀ ਹੈ, ਸਾਰੇ ਪੜ੍ਹੇ ਲਿਖੇ। ਮੇਰੇ ਮਦਰ ਇਨ ਲਾਅ ਵੀ ਪ੍ਰਿੰਸੀਪਲ ਨੇ, ਹੁਣ ਤਾਂ ਰਿਟਾਇਰ ਹੋ ਗਏ ਨੇ ਪ੍ਰਿੰਸੀਪਲ। ਉਹ ਫਾਦਰ ਇਨ ਲਾਅ ਵੀ ਇਰੀਗੇਸ਼ਨ ਡਿਪਾਰਟਮੈਂਟ 'ਚ ਸੀਗੇ। ਸੋ ਉਹਨਾਂ ਦੀ ਬਸ ਇੱਕੋ ਸੀਗੀ ਕਿ ਤੁਸੀਂ ਵਿਆਹ ਵਧੀਆ ਕਰਨਾ ਹੈ। ਤੇ ਮੈਨੂੰ ਪਤਾ ਸੀਗਾ ਕਿ ਉਹ ਕਿਸ ਤਰੀਕੇ ਦਾ ਵਿਆਹ ਚਾਹੁੰਦੇ ਨੇ ਕਰਨਾ। ਤੇ ਮੇਰਾ ਕੰਸਰਨ ਇਹੀ ਸੀਗਾ ਆਪਣੇ ਪੂਰੇ ਪਰਿਵਾਰ ਨੂੰ ਜਦੋਂ ਮੈਂ ਦੱਸਿਆ ਤਾਇਆ ਜੀ ਚਾਚਾ ਜੀ ਹੋਣਾ ਨੂੰ ਕਿ ਵਿਆਹ ਕਰਨਾ ਹੈ। ਤੇ ਮੈਨੂੰ ਸੀਗਾ ਕਿ ਬਸ ਮੇਰਾ ਵਿਆਹ ਅੱਛਾ ਹੋ ਜਾਏ। ਤੇ ਮੈਂ ਖੁਦ ਗਈ ਰਿਜ਼ੋਰਟ ਦੇਖਣ ਵਾਸਤੇ ਕਿ ਇਹ ਵੱਡਾ ਰਿਜ਼ੋਰਟ ਹੋਣਾ ਚਾਹੀਦਾ ਤਾਂ ਕਿ ਉਹਨਾਂ ਦੇ ਜਦੋਂ ਗੈਸਟ ਆਉਣ ਤੇ ਗੱਡੀ ਦੀ ਪਾਰਕਿੰਗ ਵੇਲੇ ਕੋਈ ਪ੍ਰੋਬਲਮ ਨਾ ਆਵੇ, ਵਾਸ਼ਰੂਮ ਕਲੀਨ ਹੋਣ। ਸੋ ਪਰਸਨਲੀ ਮੈਂ ਖੁਦ ਗਈ, ਖੁਦ ਮੈਂ ਕੇਟਰ ਕੀਤਾ ਫਾਈਨਲ ਕੀ ਖਾਣੇ ਦੇ ਵਿੱਚ ਹੋਣਾ ਚਾਹੀਦਾ ਹੈ। ਔਰ ਮੈਂ ਇਹ ਖਾਸ ਕਰਕੇ ਔਰ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਆਪਣੇ ਰਿਸੋਰਟ ਵਾਲਿਆਂ ਨੂੰ ਵੀ ਪਲੀਜ਼ ਮੇਰੇ ਵਿਆਹ ਦੇ ਵਿੱਚ ਕਿਸੇ ਵੀ ਰਿਸ਼ਤੇਦਾਰ ਨੂੰ ਕੋਈ ਪ੍ਰੋਬਲਮ ਨਾ ਹੋਵੇ, ਕੋਈ ਗੰਦਗੀ ਨਾ ਹੋਵੇ, ਤੁਸੀਂ ਪਲੀਜ਼ ਖਾਸ ਧਿਆਨ ਰੱਖਿਓ। ਤੇ ਮੈਨੂੰ ਯਾਦ ਹੈ ਉਸ ਰਿਸੋਰਟ ਦੇ ਜਿਹੜੇ ਓਨਰ ਸੀਗੇ ਉਹ ਵੈਸੇ ਤਾਂ ਕਦੀ ਕੋਈ ਵਿਆਹ ਨਹੀਂ ਅਟੈਂਡ ਕਰਦੇ,
ਲੇਕਿਨ ਮੇਰੇ ਵਿਆਹ ਤੇ ਖਾਸ ਕਰਕੇ ਉਹ ਆਏ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਉਹ ਕੁੜੀ ਹੈ ਜਿਹੜੀ ਆਪ ਆਪਣਾ ਰਿਸੋਰਟ ਬੁੱਕ ਕਰ ਰਹੀ ਹੈ, ਆਪੇ ਹੀ ਕੇਟਰਰ ਬੁੱਕ ਕਰ ਰਹੀ ਹੈ, ਆਪੇ ਡੈਕੋਰ ਫਾਈਨਲ ਕਰ ਰਹੀ ਹੈ। ਤੇ ਉਹਨਾਂ ਨੇ ਵੀ ਮੈਨੂੰ ਪੁੱਛਿਆ ਵੀ ਬੱਚੇ ਵੀ ਜ਼ਿਆਦਾਤਰ ਕੁੜੀਆਂ ਨੂੰ ਇਹ ਫਿਕਰ ਹੁੰਦੀ ਕਿ ਲਹਿੰਗਾ ਕਿਹੜਾ ਪਾਉਣਾ ਹੈ ਨਾ, ਮੇਕਅਪ ਕਿਹੜਾ ਕਰਾਉਣਾ ਹੈ, ਤੇ ਤੁਸੀਂ ਇੰਨਾ ਕਿਉਂ ਸੋਚ ਰਹੇ ਹੋ। ਮੈਂ ਕਿਹਾ ਇਹ ਮੇਰੀ ਜ਼ਿੰਮੇਵਾਰੀ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਨੂੰ ਇਹਦਾ ਵੀ ਧਿਆਨ ਰੱਖਣਾ ਚਾਹੀਦਾ। ਔਰ ਸੱਚ ਗੱਲ ਹੈ, ਜਦੋਂ ਮੇਰੀਆਂ ਲਾਵਾਂ ਹੋ ਕੇ ਆਈਆਂ ਮੈਂ ਸਟੇਜ ਤੇ ਬੈਠੀ, ਮੈਨੂੰ ਇਹ ਫਿਕਰ ਹੋ ਰਹੀ ਸੀਗੀ ਕਿ ਰਿਸ਼ਤੇਦਾਰ ਕਿਸੇ ਨੂੰ ਕੋਈ ਰੋਟੀ ਤਾਂ ਨਹੀਂ ਕਿਤੇ ਥੁੜ ਗਈ ਕਿਤੇ ਇਹ ਤਾਂ ਨਹੀਂ ਕਿ ਕੇਟਰਰ ਨੇ ਥੋੜਾ ਮਟੀਰੀਅਲ ਬਣਾਇਆ ਹੋਵੇ ਤੇ ਕਿਸੇ ਨੂੰ ਦਿੱਕਤ ਆ ਰਹੀ ਹੋਵੇ ਖਾਣੇ ਪੀਣੇ 'ਚ। ਤੇ ਮੇਰਾ ਧਿਆਨ ਬਸ ਇਹੀ ਸੀਗਾ ਕਿ ਅੱਛਾ ਸਭ ਪਾਸੇ ਸ਼ਾਂਤੀ ਹੈ, ਠੀਕ ਹੈ, ਸਭ ਠੀਕ ਚੱਲ ਰਿਹਾ ਹੈ। ਤੇ ਮੇਰਾ ਬ੍ਰਦਰ ਵੀ, ਮੇਰੇ ਤਾਇਆ ਜੀ ਹੁਣੇ ਵੀ ਕਹਿ ਰਹੇ ਸੀ ਸਭ ਠੀਕ ਹੈ। ਤੇ ਜਦੋਂ ਰਸਮ ਹੁੰਦੀ, ਜਦੋਂ ਮੁੰਡਾ ਕੁੜੀ ਰੋਟੀ ਖਾਂਦੇ ਆ, ਉਸ ਟਾਈਮ ਵੀ ਨਾ ਮੈਨੂੰ ਇਹ ਸੀਗਾ ਅੱਛਾ ਠੀਕ ਹੈ ਸਾਰੀਆਂ ਵੈਰਾਈਟੀਆਂ ਲੱਗੀਆਂ ਕਿ ਨਹੀਂ ਲੱਗੀਆਂ। ਤੇ ਉਦੋਂ ਹਲਵਾਈ ਖੁਦ ਆਇਆ ਮੇਰੇ ਕੋਲ ਤੇ ਮੈਨੂੰ ਪੁੱਛਦਾ ਕਿ ਠੀਕ ਹੈ, ਕਹਿੰਦੇ ਬਚ ਗਿਆ ਖਾਣਾ, ਅਸੀਂ ਘਰ ਵੀ ਭੇਜ ਦਾਂਗੇ ਵੀ ਤੁਸੀਂ ਫਿਕਰ ਨਾ ਕਰੋ, ਬਹੁਤ ਵਧੀਆ ਹੋਇਆ ਤੁਹਾਡਾ ਵਿਆਹ, ਮਤਲਬ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਹੈ, ਸਾਰੇ ਤੁਹਾਡੇ ਖਾਣੇ ਪਸੰਦ ਕੀਤਾ, ਬਾਕੀ ਤੁਸੀਂ ਆਪ ਆਪਣੇ ਰਿਸ਼ਤੇਦਾਰਾਂ ਤੋਂ ਪੁੱਛੋ। ਬਿਲਕੁਲ, ਮੈਨੂੰ ਲੱਗਦਾ ਸਹੁਰਿਆਂ ਨੂੰ ਉਦੋਂ ਕੌਨਫੀਡੈਂਸ ਤਾਂ ਹੋ ਗਿਆ ਹੋਣਾ ਵੀ ਜਿਹੜੀ ਕੁੜੀ ਆਪਣਾ ਵਿਆਹ ਸੰਭਾਲ ਸਕਦੀ ਆ, ਘਰ ਵੀ ਸੰਭਾਲ ਸਕਦੀ ਆ ਨਾ। ਹਾਂ, ਇਹ 'ਚ ਨਾ ਦੋ ਚੀਜ਼ਾਂ ਜਿਹੜੀਆਂ ਬਹੁਤ ਮੈਨੂੰ ਪਿਆਰੀਆਂ ਲੱਗੀਆਂ ਕਿ ਇੱਕ ਤਾਂ ਵੀ ਮੈਂ ਫਿਰ ਆਪਣੇ ਵਿਆਹ ਲਈ ਪੈਸੇ ਜੋੜਨੇ ਸ਼ੁਰੂ ਕੀਤੇ ਹੈ ਨਾ। ਅਕਸਰ ਇਹ ਅੱਜ ਦੇ ਟਾਈਮ 'ਚ ਵੀ ਬਹੁਤ ਘੱਟ ਕੁੜੀਆਂ ਦੀ ਸੋਚ ਹੁੰਦੀ ਆ ਨਾ ਕਿ ਜੇ ਮੈਂ ਜੋਬ ਕਰ ਰਹੀ ਹਾਂ ਤਾਂ ਉਹਨਾਂ ਨੂੰ ਹੁੰਦਾ ਕਿ ਵੀ ਚਲੋ ਹੁਣ ਮੈਨੂੰ ਆਪਣੇ ਖਰਚੇ ਲਈ ਘਰੋਂ ਪੈਸੇ ਮੰਗਣੇ ਨਹੀਂ ਪੈ ਰਹੇ ਹੈਗੇ, ਤਾਂ ਉਹ ਜਿਵੇਂ ਆਪਦੇ ਕੱਪੜਿਆਂ ਦੇ ਉੱਪਰ ਲਾ ਲਏ ਜਾਂ ਆਪਣੀਆਂ ਹੋਰ ਚੀਜ਼ਾਂ ਨੇ ਉਹਨਾਂ ਦੇ ਉੱਪਰ ਲਾ ਲਏ ਹੈ ਨਾ, ਜਾਂ ਕਿਤੇ ਘੁੰਮਣ ਚਲੇ ਗਏ ਜਾਂ ਇੱਦਾਂ। ਠੀਕ ਆ, ਉਹ ਵੀ ਬਹੁਤ ਜ਼ਰੂਰੀ ਹੁੰਦੀਆਂ ਨੇਗੀਆਂ। ਜੇ ਤੁਸੀਂ ਖੁਦ ਕਮਾ ਰਹੇ ਹੋ ਆਪਣੇ 'ਤੇ ਲਾਉਣਾ ਵੀ ਬਹੁਤ ਜ਼ਰੂਰੀ ਆ। ਪਰ ਜੇ ਉਹ ਉੱਥੇ ਆਪਾਂ ਇਹ ਵੀ ਸੋਚ ਰੱਖੀਏ ਵੀ ਠੀਕ ਆ, ਮੇਰੇ ਮਾਂ ਬਾਪ ਨੇ ਮੈਨੂੰ ਪੜ੍ਹਾ ਲਿਖਾ ਦਿੱਤਾ, ਚਾਹੇ ਤੁਸੀਂ ਜਿਹੜੀ ਮਰਜ਼ੀ ਫੈਮਿਲੀ ਨੂੰ ਬਿਲੋਂਗ ਕਰਦੇ ਹੋ, ਚਾਹੇ ਉਹ ਤੁਹਾਨੂੰ ਅਫੋਰਡ ਵੀ ਕਰਦੇ ਨੇ ਕਿ ਤੁਹਾਨੂੰ ਜ਼ਰੂਰਤ ਨਹੀਂ ਆ, ਪਰ ਮੈਨੂੰ ਲੱਗਦਾ ਜੇ ਤੁਸੀਂ ਆਪਦੇ ਖਰਚੇ 'ਤੇ ਆਪਦੇ ਵਿਆਹ ਦੇ ਲਈ ਚਾਹੇ ਕੋਈ ਛੋਟੀ ਮੋਟੀ ਚੀਜ਼ ਹੀ ਤੁਸੀਂ ਬਣਾ ਲਓ ਨਾ, ਤੁਹਾਨੂੰ ਬੜੀ ਖੁਸ਼ੀ ਹੁੰਦੀ ਆ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਕਿਉਂਕਿ ਤੁਹਾਨੂੰ ਉਹ ਚੀਜ਼ਾਂ ਨਾ ਦੇਖ ਕੇ ਯਾਦ ਆਉਂਦਾ। ਮੈਨੂੰ ਯਾਦ ਹੈ ਕਿ ਦੋ ਤਿੰਨ ਕਹਾਣੀ ਜਦੋਂ ਜੁਐਲਰੀ ਵੀ ਲੈਣੀ ਸੀਗੀ ਨਾ, ਤੇ ਆਪਣੇ ਲਈ ਵੀ ਮੇਰੀ ਮੰਮੀ ਮੈਨੂੰ ਫੋਨ ਕਰਕੇ, ਮੈਂ ਚੰਡੀਗੜ੍ਹੋਂ ਖਰੀਦੀ ਹੈ ਜੁਐਲਰੀ ਆਪਣੀ, ਗੋਲਡ ਦਾ ਜਿਹੜਾ ਥੋੜ੍ਹਾ ਬਹੁਤਾ ਸਮਾਨ ਖਰੀਦਣਾ ਸੀਗਾ, ਤੇ ਮੇਰੀ ਮੰਮੀ ਮੈਨੂੰ ਫੋਨ ਕਰਕੇ ਕਹਿੰਦੇ ਆ ਵੀ ਤੂੰ ਆਪਣੇ ਲਈ ਵੀ ਲੈ ਲਈ। ਮੈਂ ਕਿਹਾ ਮੇਰੀ ਖੈਰ ਹੈ ਮੈਂ ਆਪਣੇ ਲਈ ਲੈ ਲਾਂ, ਕਿ ਪਹਿਲਾਂ ਜੋ ਜਿੰਨਾ ਕੁ ਬਣਦਾ, ਜੋ ਰੀਤੀ ਰਿਵਾਜ ਹੈ ਉਸ ਹਿਸਾਬ ਨਾਲ ਮੈਨੂੰ ਥੋੜ੍ਹਾ ਜਿਹਾ ਲੈ ਲੈਣ ਦਿਓ। ਤੇ ਮੇਰੀ ਕੋਈ ਪ੍ਰੋਬਲਮ ਨਹੀਂ ਹੈ, ਮੈਨੂੰ ਨਹੀਂ ਕਿਸੇ ਨੇ ਆ ਕੇ ਪੁੱਛਣਾ ਕਿ ਤੂੰ ਕੀ ਲੈ ਕੇ ਆਈ ਆ, ਬਟ ਜੋ ਆਪਣਾ ਇੱਕ ਬਣਦਾ ਹੈ ਉਹ ਮੈਂ ਚੀਜ਼ਾਂ ਬਣਾ ਲਾਂ ਆਪਣੀਆਂ ਜਿਹੜੀਆਂ ਜ਼ਰੂਰੀ ਨੇ। ਬਿਲਕੁਲ। ਤੇ ਦੂਸਰੇ ਇਹਦੇ ਵਿੱਚੋਂ ਜਿਵੇਂ ਸਟੀਰੀਓਟਾਈਪ ਆਪਣੀ ਸੋਚ ਹੁੰਦੀ ਹੈ, ਰਟੀ ਰਟਾਈ ਹੈ ਨਾ, ਵੀ ਕੁੜੀਆਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਹੀ ਚਾਅ ਹੁੰਦਾ। ਮੈਨੂੰ ਲੱਗਦਾ ਕਿ ਠੀਕ ਆ, ਉਹ ਕੁਛ ਕੁਦਰਤੀ ਚੀਜ਼ਾਂ ਹੈਗੀਆਂ ਨੇ ਵੀ ਕੁੜੀਆਂ ਦਾ ਝੁਕਾਅ ਇਸ ਪਾਸੇ ਆ ਤੇ ਮੁੰਡਿਆਂ ਦਾ ਝੁਕਾਅ ਇਸ ਪਾਸੇ ਰਹਿੰਦਾ ਹੈ ਨਾ, ਵੀ ਟੈਕਨੀਕਲੀ ਸਟਰੋਂਗ ਹੁੰਦੇ ਨੇ ਜਾਂ ਕੁਛ, ਜਾਂ ਕੁੜੀਆਂ ਨੂੰ ਇਹਨਾਂ ਚੀਜ਼ਾਂ ਦਾ ਥੋੜ੍ਹਾ ਚਾਅ ਹੁੰਦਾ। ਪਰ ਮੈਨੂੰ ਲੱਗਦਾ ਕਿ ਹੁਣ ਹਰ ਕਿਸੇ ਦੇ ਲਈ ਕਹਿਣੀ ਆ ਇਹ ਨਹੀਂ ਸਹੀ ਹੈਗਾ ਹੈ ਨਾ। ਤਾਂ ਹੁਣ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਬਦਲ ਰਹੀਆਂ ਨੇ, ਜਾਂ ਬਹੁਤ ਕੁੜੀਆਂ ਦੇ ਮਾਈਂਡਸੈਟ ਵੀ ਬਦਲ ਰਹੇ ਨੇਗੇ ਹੈ ਨਾ। ਕਾਫੀ ਜ਼ਿਆਦਾ ਸਮਾਂ ਬਦਲ ਗਿਆ ਹੈ ਪਹਿਲੇ ਨਾਲੋਂ। ਜਦੋਂ ਅਸੀਂ ਪੜ੍ਹਾਈ ਕਰਦੇ ਸੀਗੇ, ਹੁਣ ਦੇ ਬੱਚੇ ਜੋ ਪੜ੍ਹ ਕੇ ਆ ਰਹੇ ਨੇ, ਤਾਂ ਮਾਹੌਲ ਬਹੁਤ ਫਰਕ ਪੈ ਗਿਆ। ਪਹਿਲਾਂ ਬਹੁਤ ਘੱਟ ਕੁੜੀਆਂ ਨੌਕਰੀ ਕਰਦੀਆਂ ਹੁੰਦੀਆਂ ਸੀਗੀਆਂ ਜਾਂ ਘੱਟ ਕਿਸੇ ਪ੍ਰੋਫੈਸ਼ਨ ਨੂੰ ਅਡੈਪਟ ਕਰਦੀਆਂ ਹੁੰਦੀਆਂ ਸੀ। ਸਿਰਫ ਇੰਨਾ ਹੁੰਦਾ ਸੀਗਾ ਡਾਕਟਰ ਬਣ ਜਾਓ, ਟੀਚਰ ਬਣ ਜਾਓ, ਹੈ ਨਾ। ਇਹਨਾਂ ਦੋ ਪ੍ਰੈਫਰੈਂਸਿਸ ਸਾਨੂੰ ਹਮੇਸ਼ਾ ਦਿੱਤੀਆਂ ਜਾਂਦੀਆਂ ਸੀਗੀਆਂ। ਮੈਨੂੰ ਯਾਦ ਹੈ ਜਦੋਂ ਮੈਂ 10ਵੀਂ ਕਰ ਰਹੀ ਸੀਗੀ ਅਤੇ ਮੇਰੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਸੀਗੇ, ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਪੜ੍ਹਾਈ 'ਚ ਚੰਗੀ ਸੀਗੀ, ਟੌਪਰ ਸੀਗੀ, ਅਤੇ ਮੈਨੂੰ ਕਹਿੰਦੇ ਸੀਗੇ ਵੀ ਤੂੰ ਨਾ ਡਾਕਟਰ ਅਤੇ ਟੀਚਰ ਨਹੀਂ ਬਣਨਾ। ਅਤੇ ਮੈਨੂੰ ਬੜਾ ਅਜੀਬ ਲੱਗਦਾ ਸੀ, ਮੈਨੂੰ ਐਵੇਂ ਕਿਉਂ ਕਹਿੰਦੇ ਆ। ਕਹਿੰਦੇ ਡਾਕਟਰ, ਇੰਜੀਨੀਅਰ ਅਤੇ ਟੀਚਰ ਇਹ ਇੱਕ ਬੜਾ ਮਤਲਬ ਸਿੰਪਲ ਜਿਹਾ ਰਾਹ ਹੈ ਕੁੜੀਆਂ ਦੇ ਲਈ, ਪਰ ਮੈਨੂੰ ਲੱਗਦਾ ਤੇਰੇ 'ਚ ਇੱਕ ਹੈ ਕੁਛ ਹੋਰ ਕਰਨ ਦੇ ਲਈ, ਅਤੇ ਤੂੰ ਕੁਛ ਹੋਰ ਫਾਈਂਡ ਆਊਟ ਕਰੀ। ਅਤੇ ਉਹਨਾਂ ਸਮਿਆਂ ਦੇ ਵਿੱਚ, ਕਿਉਂਕਿ ਓਬਵੀਅਸਲੀ ਮੇਰੇ ਪਰਿਵਾਰ ਦੇ ਵਿੱਚੋਂ ਪੜ੍ਹੇ ਨਹੀਂ ਹੈਗੇ, ਤਾਂ ਮੈਂ ਫਾਦਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਮੈਂ ਕੁਛ ਹੋਰ ਕਰਨਾ। ਕਹਿੰਦੇ ਕੀ ਕਰਨਾ? ਕਹਿੰਦੇ ਤੂੰ ਜੋ ਕਰਨਾ ਹੈ ਦੱਸ, ਤੂੰ ਜਿੱਥੇ ਕਹੇਂਗੀ ਮੈਂ ਤੇਰੇ ਨਾਲ ਚੱਲ ਕੇ ਤੇਰੀ ਐਡਮਿਸ਼ਨ ਕਰਵਾ ਸਕਦਾ, ਪਰ ਮੈਂ ਤੈਨੂੰ ਇਹ ਨਹੀਂ ਦੱਸ ਸਕਦਾ ਕਿ ਪੁੱਤ ਤੂੰ ਆਹ ਵਾਲਾ ਕੋਰਸ ਕਰ ਲਾ ਜਾਂ ਤੂੰ ਆਹ ਵਾਲੀ ਗ੍ਰੈਜੂਏਸ਼ਨ ਕਰ ਲਾ। ਅਤੇ ਉਸ ਟਾਈਮ ਮੈਨੂੰ ਵੀ ਸੀਗਾ ਕਿ ਨਹੀਂ, ਮੈਂ ਕੁਛ ਵੱਖਰਾ ਕਰਨਾ। ਸੋ ਮੈਂ ਪਹਿਲਾਂ ਇੰਜੀਨੀਅਰਿੰਗ ਦੀ ਤਿਆਰੀ ਕੀਤੀ, ਕਿਉਂਕਿ ਮੈਂ ਨੋਨ ਮੈਡੀਕਲ ਰੱਖਿਆ ਸੀਗਾ, ਅਤੇ ਫਿਰ ਮੈਨੂੰ ਲੱਗਾ ਕਿ ਨਹੀਂ ਮੈਂ ਇੰਜੀਨੀਅਰ ਹੀ ਬਣ ਜਾਂਦੀ ਹਾਂ, ਚਲੋ ਪਰਿਵਾਰ ਦੇ ਵਿੱਚ ਇੰਜੀਨੀਅਰ ਹੀ ਹੋ ਜਾਏਗਾ ਇੱਕ। ਫਿਰ ਇੰਜੀਨੀਅਰਿੰਗ ਦੀ ਤਿਆਰੀ ਵੇਲੇ ਮੈਨੂੰ ਪਤਾ ਲੱਗਿਆ ਕਿ ਸਾਡੇ ਯੂਨੀਵਰਸਿਟੀ ਵੱਲੋਂ ਇੱਕ ਗ੍ਰੈਜੂਏਸ਼ਨ ਆਈ ਹੈ, ਦੈਟ ਇਜ਼ ਮਲਟੀਮੀਡੀਆ ਦੀ ਗ੍ਰੈਜੂਏਸ਼ਨ 4 ਸਾਲ ਦੀ।
ਫਿਰ ਮੈਨੂੰ ਲੱਗਿਆ ਮੈਂ ਕਿਹਾ ਤੇ ਸੁਣਨ 'ਚ ਬੜੀ ਇੰਟਰਸਟਿੰਗ ਲੱਗਦੀ ਪਈ ਹੈ ਤੇ ਵਧੀਆ ਹੀ ਹੋਵੇਗੀ, ਇਹ BCom BBA ਇਹਨਾਂ ਤੋਂ ਵੱਖਰੀ ਆ। ਇੰਨਾ ਨਹੀਂ ਪਤਾ ਸੀਗਾ ਕਿ ਇਹਦੇ ਅੰਦਰ ਕੀ ਹੋਣ ਵਾਲਾ ਹੈ ਜਾਂ ਕੀ ਕੋਰਸ ਵਿੱਚ ਹੋਏਗਾ। ਤੇ ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ, ਮੈਂ ਕਿਹਾ ਮੈਂ ਨਾ ਆਹ ਕੋਰਸ ਸੁਣਿਆ ਹੈ, ਮੈਂ ਇਹਦੇ 'ਚ ਐਡਮਿਸ਼ਨ ਲੈਣੀ ਆ। ਪਾਪਾ ਕਹਿੰਦੇ ਤੈਨੂੰ ਪਤਾ ਹੈ? ਮੈਂ ਕਿਹਾ ਪਤਾ ਨਹੀਂ, ਪਰ ਮੈਨੂੰ ਨਾ ਸੁਣਨ 'ਚ ਬੜਾ ਵਧੀਆ ਲੱਗਦਾ ਪਿਆ ਮੈਨੂੰ ਲੱਗਦਾ ਮੈਨੂੰ ਇਹੀ ਕਰਨਾ ਚਾਹੀਦਾ। ਤੇ ਫਿਰ ਪਾਪਾ ਮੈਨੂੰ ਕਾਲਜ ਲੈ ਕੇ ਗਏ ਤੇ ਰੱਬ ਵੱਲੋਂ ਕਾਲਜ 'ਚ ਵੀ ਇੱਕੋ ਹੀ ਸੀਟ ਅਵੇਲੇਬਲ ਸੀ। ਉਹ ਕਿਉਂਕਿ ਬਿਲਕੁਲ ਨਵਾਂ ਕੋਰਸ ਸੀਗਾ ਤੇ ਲਿਮਿਟਿਡ ਸੀਟ ਸੀਗੀਆਂ। ਤੇ ਮੈਂ ਮੈਡਮ ਹੋਣਾ ਨੂੰ ਪੁੱਛਿਆ, ਮੈਂ ਕਿਹਾ ਇਹ ਕੋਰਸ 'ਚ ਕੀ ਆ? ਕਹਿੰਦੇ ਇਹਦੇ 'ਚ ਐਨੀਮੇਸ਼ਨ ਆ, ਇਹਦੇ 'ਚ 3D ਆ, ਇਹਦੇ 'ਚ ਕ੍ਰੀਏਟਿਵ ਹੈ, ਇਹ 'ਚ ਮਾਸ ਕੌਮ, ਮਤਲਬ ਸਭ ਕੁਛ ਆ ਇਹਦੇ 'ਚ। ਸਮਝ ਕੁਛ ਨਹੀਂ ਆਇਆ ਮੈਨੂੰ, ਪਰ ਮੈਨੂੰ ਲੱਗਿਆ ਕਿ ਉਹਨਾਂ ਨੇ ਜਿਹੜੇ ਨਾਮ ਬੋਲੇ ਨਾ ਬੜੇ ਵਧੀਆ ਬੋਲੇ ਆ ਤੇ ਇਹ ਕੁਛ ਵਧੀਆ ਹੀ ਚੀਜ਼ ਹੋਏਗੀ। ਸੋ ਫਿਰ ਮੈਂ ਐਡਮਿਸ਼ਨ ਲਿੱਤੀ ਮਲਟੀਮੀਡੀਆ ਦੇ ਵਿੱਚ। ਬਟ ਹਾਂ, ਉਹ ਕਦੋਂ ਮੈਨੂੰ ਕਿਸ ਵੇ 'ਚ ਕਿਸ ਦਿਸ਼ਾ ਵੱਲ ਲੈ ਆਇਆ ਉਸ ਟਾਈਮ ਤੋਂ ਸੋਚ ਕੇ ਔਰ ਅੱਜ ਦੇ ਟਾਈਮ ਤੋਂ ਸੋਚ ਕੇ ਮੈਨੂੰ ਲੱਗਦਾ ਕਿ ਮੈਂ ਠੀਕ ਡਿਸੀਜਨ ਲੈ ਲਿਆ ਸੀਗਾ। ਮੈਂ ਇੰਜੀਨੀਅਰ ਨਹੀਂ ਬਣੀ, ਮੈਂ ਵਧੀਆ ਬਣ ਲਈ। ਬਿਲਕੁਲ, ਕਿਉਂਕਿ ਜਸਪ੍ਰੀਤ ਤੁਸੀਂ ਹੁਣ ਵੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹੋ ਜਿਹੜੀ ਕਿ ਡਿਜੀਟਲ ਮਾਰਕੀਟਿੰਗ ਦਾ ਕੰਮ ਕਰਦੇ ਨੇ। ਤੇ ਇੱਥੋਂ ਤੱਕ ਦਾ ਤੁਹਾਡਾ ਕਿੰਨਾ ਸਫ਼ਰ ਰਿਹਾ? ਪ੍ਰੋਫੈਸ਼ਨਲ ਲਾਈਫ ਤੁਹਾਡੀ ਕਿੰਨੇ ਸਾਲਾਂ ਦੀ ਹੋ ਗਈ ਆ ਤੇ ਥੋੜ੍ਹਾ ਜਿਹਾ ਹੁਣ ਤੁਸੀਂ ਕਿਸ ਡੈਜ਼ਿਗਨੇਸ਼ਨ 'ਤੇ ਉਹਦੇ ਬਾਰੇ ਸਾਨੂੰ ਜ਼ਰੂਰ ਦੱਸਿਓ। ਮੈਂ ਐਜ਼ ਅ ਸੀਨੀਅਰ ਮੈਨੇਜਰ ਕੰਮ ਕਰ ਰਹੀ ਹਾਂ ਵਨ ਡਿਜੀਟਲ ਐਂਟਰਟੇਨਮੈਂਟ ਨੂੰ, ਜੋ ਕਿ ਏਸ਼ੀਆ ਦੀ ਲੀਡਿੰਗ ਡਿਜੀਟਲ ਕੰਪਨੀ ਹੈ। ਇਹਦੇ ਵਿੱਚ ਮਿਊਜ਼ਿਕ, ਬ੍ਰਾਂਡਸ, ਡਿਸਟਰੀਬਿਊਸ਼ਨ, ਕ੍ਰੀਏਟਰਸ, ਇਨਫਲੂਐਂਸਰਸ, ਇਹਨਾਂ ਸਾਰਿਆਂ ਦੇ ਨਾਲ ਅਸੀਂ ਕੰਮ ਕਰਦੇ ਹਾਂ। ਮੈਨੂੰ ਇਸ ਪ੍ਰੋਫੈਸ਼ਨ ਦੇ ਵਿੱਚ ਅਗਰ ਮੈਂ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰਾਂ ਤਾਂ ਅੱਜ ਮੈਨੂੰ ਐਂਟਰਟੇਨਮੈਂਟ ਇੰਡਸਟਰੀ 'ਚ 12.5 ਸਾਲ ਹੋ ਗਏ ਆ ਇਸ ਇੰਡਸਟਰੀ ਦਾ ਹਿੱਸਾ ਬਣੇ। ਮਤਲਬ ਮੈਂ ਕਾਫੀ ਸਾਰੇ ਵੱਖਰੇ ਪ੍ਰੋਜੈਕਟਸ ਦੇ ਉੱਤੇ ਕੰਮ ਕੀਤਾ ਹੈ ਆਪਣੀ ਲਾਈਫ ਦੇ ਵਿੱਚ। ਚੈਨਲਸ ਨੂੰ ਲਾਂਚ ਲੈ ਕੇ, TV ਚੈਨਲਸ ਨੂੰ ਲਾਂਚ ਲੈ ਕੇ, ਚਾਹੇ ਉਹ ਇਵੈਂਟਸ ਨੂੰ ਲੈ ਕੇ, ਫਿਲਮਸ ਦੀ ਪ੍ਰਮੋਸ਼ਨਸ ਨੂੰ ਲੈ ਕੇ, ਆਰਟਿਸਟ ਮੈਨੇਜਮੈਂਟ ਨੂੰ ਲੈ ਕੇ। ਫਿਰ ਇਸ ਆਰਗੇਨਾਈਜੇਸ਼ਨ ਦੇ ਨਾਲ ਮੈਨੂੰ ਪਤਾ ਲੱਗਿਆ ਕਿ ਮਿਊਜ਼ਿਕ ਇੰਡਸਟਰੀ ਕਿਵੇਂ ਗਰੋ ਕਰਦੀ ਹੈ। ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਮਿਊਜ਼ਿਕ ਦਾ ਬਹੁਤ ਵੱਡਾ ਰੋਲ ਹੈ ਅਗਰ ਅਸੀਂ ਬਾਕੀ ਇੰਡਸਟਰੀਆਂ ਦੀ ਗੱਲ ਕਰੀਏ ਤੇ ਉਹਦੇ ਕੰਪੈਰੀਟਿਵਲੀ। ਤੇ ਮਿਊਜ਼ਿਕ ਕਿਵੇਂ ਬਣਦਾ, ਕਿਵੇਂ ਡਿਸਟਰੀਬਿਊਟ ਹੁੰਦਾ ਪਲੇਟਫਾਰਮਸ ਦੇ ਵਿੱਚ, ਅਸੀਂ ਕਿਵੇਂ ਹੈਲਪ ਕਰਦੇ ਹਾਂ ਲੇਬਲਸ ਨੂੰ ਜਾਂ ਇੱਕ ਇੰਡੀਵਿਜੂਅਲ ਆਰਟਿਸਟ ਨੂੰ ਮਿਊਜ਼ਿਕ ਇੰਡਸਟਰੀ ਦੇ ਵਿੱਚ ਗਰੋ ਕਰਨ ਦੇ ਲਈ। ਪਲੱਸ ਜੇ ਤੁਸੀਂ ਮਿਊਜ਼ਿਕ ਫੀਲਡ ਤੋਂ ਨਹੀਂ ਵੀ ਹੋ, ਨੋਨ ਮਿਊਜ਼ਿਕ ਫੀਲਡ ਤੋਂ ਹੋ, ਚਾਹੇ ਉਹ ਬਿਊਟੀ ਆ, ਹੈਲਥ ਆ, ਫੈਸ਼ਨ ਆ, ਲਾਈਫ ਸਟਾਈਲ ਆ, ਉਸ ਫੀਲਡ ਦੇ ਵਿੱਚ ਤੁਸੀਂ ਕਿਵੇਂ ਗਰੋ ਕਰ ਸਕਦੇ ਹੋ ਬੀਇੰਗ ਅ ਕ੍ਰੀਏਟਰ। ਅੱਜ ਕੱਲ੍ਹ ਇਨਫਲੂਐਂਸਰ ਮਾਰਕੀਟ ਬਹੁਤ ਜ਼ਿਆਦਾ ਵੱਧ ਰਹੀ ਹੈ, ਦਿਨੋਂ ਦਿਨ ਵੱਧ ਰਹੀ ਹੈ ਔਰ ਅੱਛੀ ਗੱਲ ਵੀ ਹੈ। ਅੱਜ ਮਤਲਬ ਕੰਸਟ੍ਰੇਨ ਨਹੀਂ ਆ ਲੋਕਾਂ ਦੀ ਗਰੋਥ, ਹੈ ਨਾ। ਸੋ ਉਹ ਮਾਰਕੀਟ ਕਿਵੇਂ ਤੁਸੀਂ ਬੀਇੰਗ ਅ ਕ੍ਰੀਏਟਰ ਤੁਸੀਂ ਕਿਵੇਂ ਗਰੋ ਕਰ ਸਕਦੇ ਹੋ, ਇਹ ਵੀ ਮੈਂ ਇਸ ਕੰਪਨੀ ਦੇ ਵਿੱਚ ਆ ਕੇ ਦੇਖਿਆ ਔਰ ਹੈਲਪ ਕਰ ਰਹੀ ਹਾਂ ਕਾਫੀ ਸਾਰੇ ਕ੍ਰੀਏਟਰਸ ਦੀ। ਪਲੱਸ ਬ੍ਰਾਂਡਸ ਨਾਲ ਤੁਸੀਂ ਕਿਵੇਂ ਕੰਟੈਕਟ ਕਰਦੇ ਹੋ ਜਾਂ ਉਹਨਾਂ ਦੇ ਨਾਲ ਕਿਵੇਂ ਤੁਸੀਂ ਬ੍ਰਾਂਡ ਇੰਡੋਰਸਮੈਂਟ ਦੇ ਲਈ ਕ੍ਰੀਏਟਰਸ ਦੇ ਨਾਲ ਔਰ ਬਾਕੀ ਚੀਜ਼ਾਂ ਦੇ ਨਾਲ ਤੁਸੀਂ ਗਰੋ ਕਰਦੇ ਹੋ। ਸੋ ਇਹ ਸਾਰਾ ਕੰਮ ਅਸੀਂ ਇਸ ਕੰਪਨੀ ਦੇ ਅੰਦਰ ਮੈਂ ਦੇਖਿਆ। ਤੇ ਆਪਾਂ ਵੀ ਇਸੇ ਕੰਮ ਦੌਰਾਨ ਮਿਲੇ ਸੀਗੇ ਨਾ। ਹਾਂਜੀ ਬਿਲਕੁਲ। ਇੱਕ ਸਵਾਲ ਮੇਰੇ ਮਨ 'ਚ ਆ ਰਿਹਾ ਸੀ, ਜਿਵੇਂ ਕਿ ਜਦੋਂ ਤੁਸੀਂ ਕਿਹਾ ਵੀ ਤੁਹਾਡੇ ਟੀਚਰ ਨੇ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਇਹ 2 ਪ੍ਰੋਫੈਸ਼ਨ ਨਹੀਂ ਚੁਣਦੇ, ਹੈ ਨਾ। ਤੇ ਮੋਸਟਲੀ ਜਦੋਂ ਕੁੜੀਆਂ ਗੱਲ ਕਰਦੀਆਂ ਹੁੰਦੀਆਂ ਇਹੀ ਕਹਿੰਦੇ ਮੈਂ ਜਾਂ ਟੀਚਰ ਬਣੂੰਗੀ ਜਾਂ ਮੈਂ ਕੋਈ ਇਹੋ ਜਿਹੀ ਜੋਬ ਕਰੂੰਗੀ ਕਿ ਮਤਲਬ ਸਵੇਰੇ 9 ਵਜੇ ਜਾਵਾਂ, ਵੱਧ ਤੋਂ ਵੱਧ 2 ਵਜੇ ਜਾਂ 5 ਵਜੇ ਘਰੇ ਆ ਜਾਣਾ। ਤੇ ਤੁਹਾਨੂੰ ਅਸੀਂ ਦੇਖਿਆ ਕਿ ਕਈ ਵਾਰੀ ਤੁਸੀਂ ਸਵੇਰੇ 8 ਵਜੇ ਜਾਂਦੇ ਹੋ ਤੇ ਰਾਤ ਦੇ 2-2:30 ਵੱਜ ਜਾਂਦੇ ਆ ਨਾ। ਤੇ ਕੁੜੀਆਂ ਲਈ ਬਹੁਤ ਔਖੀ ਹੈ ਸੱਚੀ ਇਹ ਗੱਲ। ਤੇ ਇੱਕ ਦਿਨ ਮੈਨੂੰ ਜਿਵੇਂ ਗੁਰਦੀਪ ਦੱਸ ਰਹੀ ਸੀ ਕਿ ਅਸੀਂ ਸਾਰੇ ਕਿਤੇ ਜਦੋਂ ਬਾਹਰੋਂ ਆਉਂਦੇ ਹੁੰਦੇ ਹਾਂ ਤਾਂ ਆਪਾਂ ਹਮੇਸ਼ਾ ਉਮੀਦ ਕਰਦੇ ਹਾਂ ਕਿ ਲੇਡੀ ਜਿੰਨੀ ਮਰਜ਼ੀ ਥੱਕੀ ਹੋਵੇ ਉਹਨੇ ਉਸੇ ਵਕਤ ਘਰ ਦਾ ਕੰਮ ਸ਼ੁਰੂ ਕਰ ਦੇਣਾ ਨਾ। ਬੰਦੇ ਲਈ ਥੋੜੀ ਰਿਲੈਕਸੇਸ਼ਨ ਹੁੰਦੀ ਹੈ ਕਿ ਚਲੋ ਤੁਸੀਂ ਆਰਾਮ ਕਰ ਸਕਦੇ ਹੋ। ਤੇ ਤੁਹਾਨੂੰ ਇਹ ਔਖਾ ਨਹੀਂ ਲੱਗਦਾ ਕਿ ਮੈਂ ਇੰਨੇ ਘੰਟੇ ਬਾਹਰ ਰਹਿੰਦੀ ਹਾਂ? ਫਿਰ ਇੱਕ ਗਿਲਟ ਜਿਹੀ ਵੀ ਹੁੰਦੀ ਆ ਵੀ ਮੇਰਾ ਇੱਕ ਬੱਚਾ, ਮੈਂ ਉਹਨੂੰ ਟਾਈਮ ਨਹੀਂ ਦੇ ਪਾ ਰਹੀ, ਚਾਹੇ ਮੈਂ ਜਿੰਨਾ ਮਰਜ਼ੀ ਕਮਾ ਰਹੀ ਹਾਂ ਨਾ। ਇਹ ਸਾਰੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਨੇ ਦਿਮਾਗ 'ਚ। ਇੱਕ ਚੀਜ਼ ਮੈਂ ਹੋਰ ਐਡ ਕਰ ਦਿੰਦੀ ਹਾਂ, ਇਸ ਤੋਂ ਪਹਿਲਾਂ ਜਿਹੜੀ ਇਹ ਕੰਪਨੀ 'ਚ ਕੰਮ ਕਰਦੇ ਸੀ ਤਾਂ ਇੱਦਾਂ ਹੀ ਅਸੀਂ ਜਿਵੇਂ ਇਹਨਾਂ ਨੇ ਕਿਸੇ ਆਰਟਿਸਟ ਦੀ ਇੰਟਰਵਿਊ ਇਹ PR ਕਰ ਰਹੇ ਸੀਗੇ ਉਹਨਾਂ ਦੀ, ਤੇ ਇਹਨਾਂ ਨੇ ਬੁਲਾਇਆ ਹੈ ਨਾ। ਤੇ ਉਹ ਮੈਮ ਦਿਖਾ ਰਹੇ ਸੀਗੇ ਕਿ ਤੁਸੀਂ ਕਿਹੜੇ ਰੂਮ 'ਚ ਬਹਿ ਕੇ ਇੰਟਰਵਿਊ ਕਰਨੀ ਹੈ। ਕਹਿੰਦੇ ਆਹ ਤਾਂ ਬਹੁਤ ਛੋਟਾ ਜਿਹਾ, ਇਹ ਅਸੀਂ ਜਸਪ੍ਰੀਤ ਦੇ ਬੇਟੇ ਲਈ ਬਣਾਇਆ ਸੀਗਾ। ਹਾਂਜੀ ਬਿਲਕੁਲ। ਤੇ ਉਹ ਵੀ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਨਾਲ ਮਦਰਹੁੱਡ ਵੀ ਦੇਖਦੇ ਹੋ ਤੇ ਨਾਲ ਤੁਸੀਂ ਪ੍ਰੋਫੈਸ਼ਨਲ ਲਾਈਫ ਵੀ ਦੇਖਦੇ ਹੋ। ਬਿਲਕੁਲ ਔਖਾ ਹੁੰਦਾ ਹੈ ਜੇ ਤੁਸੀਂ ਐਜ਼ ਅ ਮਦਰ ਜਦੋਂ ਤੁਸੀਂ ਹੋ ਜਾਂਦੇ ਹੋ, ਇੱਕ ਮਾਂ ਵੀ ਹੋ ਜਾਂਦੇ ਹੋ, ਅਤੇ ਇੱਕ ਬੱਚੇ ਦੀ ਵੀ ਜ਼ਿੰਮੇਵਾਰੀ ਇੱਕ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਸੋ ਮੇਰਾ ਪ੍ਰੋਫੈਸ਼ਨ ਜਿਹੜਾ ਵਾ ਉਹਦੀ ਵਾਕਈ ਡਿਮਾਂਡ ਕਈ ਵਾਰੀ ਹੁੰਦਾ ਕਿ ਮੇਰੀ ਸਿਰਫ ਇਹ ਨਹੀਂ ਕਿ
ਟਾਈਮ ਟੂ ਟਾਈਮ ਦੀ ਜੌਬ ਹੈ। ਕਈ ਵਾਰੀ ਕੋਈ ਇਹੋ ਜਿਹਾ ਪ੍ਰੋਜੈਕਟ ਆ ਜਾਂਦਾ ਜਾਂ ਕੋਈ ਇਹੋ ਜਿਹਾ ਇਵੈਂਟ ਆ ਜਾਂਦਾ ਜਿਹਦੇ ਕਰਕੇ ਮੈਨੂੰ ਸਵੇਰ ਤੋਂ ਰਾਤ ਤੱਕ ਉਹ ਟਾਈਮ ਦੇਣਾ ਪੈਂਦਾ ਹੈ, ਤਾਂ ਉਸ ਟਾਈਮ ਵਾਕਈ ਬੈਕ ਆਫ ਦਾ ਮਾਈਂਡ ਮੇਰੇ ਦਿਮਾਗ ਦੇ ਵਿੱਚ ਜ਼ਰੂਰ ਹੁੰਦਾ ਆਪਣੇ ਬੱਚੇ ਨੂੰ ਲੈ ਕੇ। ਬਟ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਜਿਹੜਾ ਨਾ ਉਹ ਤੁਹਾਨੂੰ ਇੰਨੀ ਕੁ ਪਾਵਰ ਦੇ ਦਿੰਦਾ ਹੈ ਨਾ ਕਿ ਜੇ ਤੁਸੀਂ ਸੱਚੇ ਦਿਲ ਨਾਲ ਕੋਈ ਕੰਮ ਕਰ ਰਹੇ ਹੁੰਦੇ ਹੋ ਨਾ ਤਾਂ ਤੁਹਾਨੂੰ ਹੈਲਪ ਕਰਦੇ ਆ ਪਰਮਾਤਮਾ, ਕਿ ਅੱਗੇ ਤੁਹਾਨੂੰ ਇੰਨਾ ਸਟਰੋਂਗ ਕਰ ਦਿੰਦੇ ਕਿ ਤੁਹਾਨੂੰ ਥਕਾਉਂਦੇ ਨਹੀਂ। ਖਾਸ ਕਰਕੇ ਜੇ ਤੁਸੀਂ ਮੰਮੀ ਹੁੰਦੇ ਨਾ, ਤੁਸੀਂ ਮੈਨੂੰ ਲੱਗਦਾ ਥੱਕਦੇ ਨਹੀਂ ਹੋ। ਸਹੀ ਆ। ਭਾਵੇਂ ਤੁਸੀਂ ਜਿੰਨੇ ਮਰਜ਼ੀ ਥੱਕੇ ਹੋ, ਜੇ ਤੁਹਾਡਾ ਬੱਚਾ ਕਹਿ ਨਾ ਕਿ ਮੰਮਾ ਮੈਨੂੰ ਭੁੱਖ ਲੱਗੀ ਆ ਜਾਂ ਮੈਂ ਪਾਣੀ ਪੀਣਾ, ਤੁਸੀਂ ਉੱਠ ਕੇ ਉਹਨੂੰ ਪਾਣੀ ਦਾ ਗਲਾਸ ਦਿੰਦੇ ਹੋ, ਹੈ ਨਾ, ਕਿਉਂਕਿ ਤੁਸੀਂ ਨਹੀਂ ਰਹਿ ਸਕਦੇ। ਤੇ ਉਹ ਸ਼ਾਇਦ ਸਾਨੂੰ ਰੱਬ ਵੱਲੋਂ ਹੀ ਹੈ, ਇੱਕ ਮਾਂ ਦਾ ਇੱਕ ਰੂਪ ਹੈ। ਤੇ ਪਲੱਸ ਮੈਂ ਜਦੋਂ ਮੇਰਾ ਬੱਚਾ ਜਦੋਂ ਬੇਟਾ ਹੋਇਆ ਸੀਗਾ ਤੇ ਮੈਂ ਔਰ ਮੇਰੇ ਹਸਬੈਂਡ ਅਸੀਂ ਇਕੱਲੇ ਹੀ ਇੱਥੇ ਰਹਿੰਦੇ ਹਾਂ। ਸਾਡੇ ਦੋਵਾਂ ਦੇ ਪੇਰੈਂਟਸ ਅੰਮ੍ਰਿਤਸਰ ਹੀ ਨੇ ਤੇ ਬਿਕੋਜ਼ ਮੰਮੀ ਪਾਪਾ ਦੋਨੋਂ ਵਰਕਿੰਗ ਸੀਗੇ, ਤਾਂ ਇਸ ਕਰਕੇ ਉਹ ਸਾਡੇ ਨਾਲ ਨਹੀਂ ਸ਼ਿਫਟ ਹੋ ਸਕਦੇ ਸੀਗੇ। ਅਸੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਨਹੀਂ ਜਾ ਸਕਦੇ ਸੀ ਕਿਉਂਕਿ ਸਾਡਾ ਪ੍ਰੋਫੈਸ਼ਨ ਹੀ ਦੋਨੋਂ ਇੱਥੇ ਸੈਟਲ ਆ। ਤਾਂ ਫਿਰ ਉਸ ਟਾਈਮ ਮੈਨੂੰ ਯਾਦ ਹੈ ਮੇਰਾ ਬੇਟਾ ਕਾਫੀ ਛੋਟਾ ਸੀਗਾ ਔਰ ਮੇਰੀ ਜਿਹੜੀ ਪ੍ਰੀਵੀਅਸ ਆਰਗੇਨਾਈਜੇਸ਼ਨ ਸੀਗੀ ਤੇ ਉਹਨਾਂ ਨੇ ਮੇਰੇ ਕਿਉਂਕਿ ਉਹਨਾਂ ਨੇ ਦੇਖਿਆ ਮੈਨੂੰ ਕੰਮ ਕਰਦਿਆਂ ਹੋਇਆ, ਮੈਂ ਸ਼ੁਰੂ ਤੋਂ ਹੀ ਵਿਆਹ ਤੋਂ ਪਹਿਲਾਂ ਤੋਂ ਉਹਨਾਂ ਦੇ ਨਾਲ ਜੁੜੀ ਹੋਈ ਸੀਗੀ। ਸੋ ਉਹਨਾਂ ਨੇ ਮੈਨੂੰ ਦੇਖਿਆ ਕੰਮ ਕਰਦਿਆਂ ਹੋਇਆ ਤੇ ਉਹ ਮੈਨੂੰ ਕਹਿੰਦੇ ਸੀਗੇ ਕਿ ਤੁਸੀਂ ਆਪਣੀ ਇਸ ਚੀਜ਼ ਨੂੰ ਰੋਕਣਾ ਨਹੀਂ ਆ ਵੀ ਬੇਟਾ ਅਗਰ ਬੱਚਾ ਵੀ ਆ ਰਿਹਾ ਹੈ। ਤੇ ਮੈਨੂੰ ਯਾਦ ਹੈ ਮੈਂ 9 ਮਹੀਨੇ ਪ੍ਰੈਗਨੈਂਟ ਸੀਗੀ ਜਦੋਂ ਮੈਂ ਪੂਰਾ ਕੰਮ ਕੀਤਾ। ਪੂਰੇ 9 ਮਹੀਨੇ ਮੈਂ ਡਿਊਰਿੰਗ ਪ੍ਰੈਗਨੈਂਸੀ ਪ੍ਰੋਪਰ ਫੁੱਲ ਜੌਬ ਕੀਤੀ ਹੈ। ਨਾ ਹੀ ਮੈਂ ਛੁੱਟੀ ਕਰਦੀ ਹੁੰਦੀ ਸੀਗੀ ਅੰਟਿਲ ਅਨਲੈਸ ਅਗਰ ਮੈਂ ਡਾਕਟਰ ਕੋਲ ਜਾਣਾ ਹੈ ਤਾਂ ਉਦੋਂ। ਬਟ ਮੇਰੀ ਪੂਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਪਣਾ 100% ਆਪਣੇ ਕੰਮ ਨੂੰ ਵੀ ਦੇਵਾਂ ਅਤੇ ਆਪਣੇ ਘਰ ਨੂੰ ਵੀ ਮੈਨੇਜ ਕਰਾਂ। ਬੇਟੇ ਹੋਣ ਤੋਂ ਬਾਅਦ ਫਿਰ ਮੇਰੇ ਜਿਹੜੇ ਆਰਗੇਨਾਈਜੇਸ਼ਨ ਦੇ ਹੈੱਡ ਸੀਗੇ ਉਹ ਵੀ ਫੀਮੇਲ ਸੀਗੇ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਬੇਟੇ ਦੇ ਲਈ ਇੱਕ ਛੋਟਾ ਜਿਹਾ ਕਮਰਾ ਤਿਆਰ ਕਰਾ ਦਾਂਗੇ ਜਿੱਥੇ ਤੁਹਾਡਾ ਬੇਟਾ ਰਹੇਗਾ, ਤੁਸੀਂ ਉਹਨੂੰ ਦੇਖ ਸਕਦੇ ਹੋ। 6 ਮਹੀਨੇ ਦਾ ਸੀਗਾ ਮੇਰਾ ਬੇਟਾ ਜੋਧਵੀਰ ਜਦੋਂ ਮੈਂ ਉਹਨੂੰ ਨਾਲ ਲੈ ਕੇ ਜਾਂਦੀ ਸੀਗੀ ਆਫਿਸ ਸਵੇਰੇ। ਇੱਕ ਮੇਰਾ ਆਫਿਸ ਵਾਲਾ ਬੈਗ ਹੁੰਦਾ ਸੀਗਾ ਪੈਕ ਤੇ ਇੱਕ ਮੇਰਾ ਜੋਧਵੀਰ ਵਾਲਾ ਬੈਗ ਪੈਕ ਹੁੰਦਾ ਸੀਗਾ ਤੇ ਨਾਲੇ ਜੋਧ ਵੀ ਮੇਰੇ ਨਾਲ ਚੱਲਦਾ ਸੀਗਾ ਤੇ ਉਹ ਮੇਰੇ ਨਾਲ ਆਫਿਸ 'ਚ ਰਹਿੰਦਾ ਸੀਗਾ। ਤੇ ਉਹ ਸਾਰਾ ਦਿਨ ਉਹਨੂੰ ਲੋੜ ਆ ਤਾਂ ਮੈਨੂੰ ਦੇਖਦੀ ਸੀਗੀ। ਵੈਸੇ ਉਹਦੇ ਨਾਲ ਮੇਡ ਵੀ ਹੁੰਦੀ ਸੀਗੀ, ਅਸੀਂ ਫੁੱਲ ਟਾਈਮ ਮੇਡ ਵੀ ਰੱਖੀ ਸੀਗੀ ਨਾਲ ਆਫਿਸ ਉਹਦੇ ਨਾਲ, ਤਾਂ ਕਿ ਜਦੋਂ ਉਹਨੂੰ ਮੇਰੀ ਲੋੜ ਆ ਤਾਂ ਮੈਂ ਉਹਦੇ ਕੋਲ ਜਾਂਦੀ ਸੀਗੀ। ਸੋ ਮੈਨੂੰ ਲੱਗਦਾ ਇਸ ਤਰੀਕੇ ਨਾਲ ਮੈਂ ਕਾਫੀ ਬੈਲੈਂਸ ਕਰਨ 'ਚ ਮੇਰੀ ਮਦਦ ਵੀ ਹੋਈ ਤੇ ਮੈਂ ਕੀਤੀ ਵੀ। ਤੇ ਆਫਟਰ ਜਦੋਂ ਮੈਂ ਲੌਂਗ ਆਰ ਤੋਂ ਬਾਅਦ ਜਾਂਦੀ ਹਾਂ ਘਰੇ ਤਾਂ ਮੈਂ ਹਮੇਸ਼ਾ ਪਲਾਨ ਕਰਦੀ ਹਾਂ ਕਿ ਜੇ ਮੇਰਾ ਅਗਲੇ 2-3 ਬਿਜ਼ੀ ਨੇ ਤਾਂ ਮੈਂ ਉਹਨੂੰ ਕਿਵੇਂ ਮੈਨੇਜ ਕਰਾਂ। ਪਲੱਸ ਮੇਰੇ ਹਸਬੈਂਡ ਦਾ ਕਾਫੀ ਸਪੋਰਟ ਹੈ, ਉਹਨਾਂ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ। ਬਿਲਕੁਲ ਹੀ ਇਜ਼ ਵੈਰੀ ਸਪੋਰਟਿਵ। ਤੇ ਜਦੋਂ ਉਹਨਾਂ ਨੂੰ ਪਤਾ ਹੈ ਕਿ ਜਦੋਂ ਮੇਰੇ ਅਗਲੇ ਆਉਣ ਵਾਲੇ 2 ਸ਼ਡਿਊਲ ਬਿਜ਼ੀ ਨੇ, ਮੈਂ 2 ਦਿਨ ਲਈ ਬਿਜ਼ੀ ਹਾਂ, 4 ਦਿਨ ਲਈ ਬਿਜ਼ੀ ਹਾਂ, ਤੇ ਫਿਰ ਉਹ ਹੈਲਪ ਕਰਦੇ ਨੇ। ਸੋ ਉਹ ਥੋੜ੍ਹਾ ਸਮਾਂ ਕੱਢਦੇ ਨੇ ਤਾਂ ਕਿ ਟਾਈਮਲੀ ਜੋਧ ਵੀ ਜਦੋਂ ਸਕੂਲੋਂ ਆ ਜਾਏ ਫਿਰ ਉਹ ਹੋਮਵਰਕ ਕਰਾਉਂਦੇ ਨੇ ਉਹਨੂੰ। ਸੋ ਮੈਨੂੰ ਲੱਗਦਾ ਇਹ ਦੋਨਾਂ ਪਾਰਟਨਰ ਦੀ ਅੰਡਰਸਟੈਂਡਿੰਗ ਦੇ ਨਾਲ ਹੀ ਚੀਜ਼ਾਂ ਬੈਲੈਂਸ ਹੁੰਦੀਆਂ ਨੇ। ਇੱਕ ਵਾਰੀ ਨਾ ਨੀਰੂ ਬਾਜਵਾ ਹੋਰਾਂ ਦੀ ਮੈਂ ਇੰਟਰਵਿਊ ਸੁਣ ਰਹੀ ਸੀਗੀ ਤੇ ਉਹ ਕਹਿੰਦੇ ਨਾ ਮੈਨੂੰ ਬੜਾ ਗੁੱਸਾ ਆਉਂਦਾ ਕਿ ਜਦੋਂ ਤਾਂ ਮਤਲਬ ਮਦਰ ਘਰ ਤੋਂ ਕੰਮ ਦੇ ਲਈ ਨਿਕਲ ਰਹੀ ਆ ਤਾਂ ਉਹਨੂੰ ਮਤਲਬ ਪਿੱਛੋਂ ਨੂੰ ਪੁੱਛਿਆ ਜਾਂਦਾ ਅੱਛਾ ਫਿਰ ਤੇਰੇ ਨਿਆਣੇ ਕੌਣ ਦੇਖੂਗਾ। ਉਹ ਕਹਿੰਦੇ ਇਹ ਸਵਾਲ ਹਸਬੈਂਡ ਨੂੰ ਕੋਈ ਨਹੀਂ ਕਰਦਾ ਹੈਗਾ, ਕੋਈ ਨਹੀਂ ਕਹਿੰਦੇ ਮਤਲਬ ਜੋ ਮੇਰੇ ਹਸਬੈਂਡ ਮੇਰੇ ਮਦਰ ਇਨ ਲਾਅ ਕਹਿੰਦੇ ਬਹੁਤ ਸਪੋਰਟਿਵ ਨੇ, ਮੈਨੂੰ ਘਰੋਂ ਕਦੇ ਨਹੀਂ ਕਿਸੇ ਨੇ ਟੋਕਿਆ ਹੈਗਾ। ਪਰ ਆਲੇ ਦੁਆਲੇ ਤੇ ਜਿਹੜੇ ਲੋਕ ਹੁੰਦੇ ਨੇ ਕਿ ਫਿਰ ਜਦੋਂ ਤਾਂ ਮਦਰ ਘਰ ਤੋਂ ਬਾਹਰ ਜਾ ਰਹੀ ਹੈ ਕਹਿੰਦੇ ਉਦੋਂ ਹੀ ਕਿਉਂ ਕਿਹਾ ਜਾਂਦਾ ਤੇਰੇ ਬੱਚੇ ਕੌਣ ਦੇਖੂਗਾ। ਹਸਬੈਂਡ ਕਿਉਂਕਿ ਬੱਚੇ ਤਾਂ ਹਸਬੈਂਡ ਦੇ ਵੀ ਉਨੇ ਹੀ ਨੇਗੇ, ਹੈ ਨਾ। ਕਈ ਵਾਰ ਮੈਨੂੰ ਲੋਕੀ ਕਹਿਣਗੇ ਤੂੰ ਲੱਕੀ ਆ ਤੇਰਾ ਮਤਲਬ ਹਸਬੈਂਡ ਬੇਬੀ ਸਿਟਿੰਗ ਕਰ ਦਿੰਦਾ ਆ, ਬੱਚਿਆਂ ਨੂੰ ਦੇਖ ਲੈਂਦਾ। ਕਹਿੰਦਾ ਮੈਂ ਕਿਹਾ ਬੇਬੀ ਸਿਟਿੰਗ ਨਹੀਂ ਕਰਦੇ, ਉਹ ਬੱਚੇ ਉਹਨਾਂ ਦੇ ਵੀ ਹੈ। ਬਿਲਕੁਲ ਹੈ ਨਾ। ਤੇ ਜ਼ਰੂਰੀ ਵੀ ਹੈ ਅਗਰ ਅਸੀਂ ਅੱਜ ਦੇਖੋ ਅਗਰ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਾਂ ਕਿਤੇ ਨਾ ਕਿਤੇ ਅਸੀਂ ਆਪਣੇ ਪਰਿਵਾਰ ਨੂੰ ਵੀ ਸਪੋਰਟ ਕਰ ਰਹੇ ਹਾਂ। ਐਗਜ਼ੈਕਟਲੀ ਸਾਡੇ ਲਈ ਵੀ ਉਨਾ ਹੀ ਔਖਾ ਹੈ ਜਿੰਨਾ ਔਖਾ ਉਹਨਾਂ ਦੇ ਲਈ ਹੈ। ਤੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਪਾਰਟਨਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਗਰ ਅਸੀਂ ਇੱਕ ਦੂਜੇ ਦੀ ਪਰੇਸ਼ਾਨੀਆਂ ਨੂੰ ਜਾਂ ਇੱਕ ਦੂਜੇ ਦੀ ਜ਼ਿੰਮੇਵਾਰੀ ਨੂੰ ਅਸੀਂ ਅਗਰ ਵੰਡ ਲਈਏ ਤਾਂ ਜੀਣਾ ਉਨਾ ਹੀ ਸੌਖਾ ਹੋ ਜਾਂਦਾ ਹੈ। ਜ਼ਰੂਰੀ ਨਹੀਂ ਮੈਂ ਕਹਿੰਦੀ ਕਿ ਸਿਰਫ ਹਸਬੈਂਡ ਹੀ ਹਮੇਸ਼ਾ ਵਾਈਫ ਦੇ ਨਾਲ ਕੋਆਪਰੇਟ ਕਰਨ, ਮੈਨੂੰ ਲੱਗਦਾ ਵਾਈਫ ਨੂੰ ਵੀ ਉਨਾ ਹੀ ਕੋਆਪਰੇਟ ਕਰਨਾ ਚਾਹੀਦਾ ਹੈ ਨਾ। ਕਈ ਵਾਰੀ ਤੁਹਾਡੇ ਵੀ ਹਸਬੈਂਡ ਨੂੰ ਕੋਈ ਬਾਹਰ ਜਾਣਾ ਪੈ ਸਕਦਾ ਹੈ ਜਾਂ ਕਈ ਵਾਰੀ ਉਹ ਇੰਨੇ ਕੁ ਜ਼ਿਆਦਾ ਆਕੂਪਾਈਡ ਹੋ ਸਕਦਾ ਹੈ ਕਿ ਉਹ ਨਹੀਂ ਦੇ ਸਕਦੇ ਟਾਈਮ ਪਰਿਵਾਰ ਨੂੰ, ਤਾਂ ਤੁਹਾਨੂੰ ਮੈਨੇਜ ਕਰਨੀਆਂ ਚਾਹੀਦੀਆਂ ਚੀਜ਼ਾਂ। ਸੋ ਇਹ ਦੋਵਾਂ ਦੀ ਪਾਰਟਨਰਸ਼ਿਪ ਹੈ, ਤਾਂ ਹੀ ਪਾਰਟਨਰ ਕਿਹਾ ਜਾਂਦਾ ਹੈ ਨਾ ਕਿ ਸਿਰਫ ਇੱਕ ਪਾਰਟਨਰ ਐਡਜਸਟ ਕਰੇ ਤੇ ਦੂਜਾ ਬਸ
ਦੇਖੀ ਜਾਵੇ ਕਿ ਹਾਂ ਮੇਰੀ ਵੱਲੋਂ ਤਾਂ ਮੇਰੇ ਨਾਲ ਤਾਂ ਕੋਈ ਐਡਜਸਟਮੈਂਟ ਨਹੀਂ ਹੈ। ਮੈਨੂੰ ਤਾਂ ਲੱਗਦਾ ਕਿ ਫਾਈਨੈਂਸ਼ੀਅਲੀ ਵੀ ਸਾਨੂੰ ਚੀਜ਼ਾਂ ਵੰਡਣੀਆਂ ਚਾਹੀਦੀਆਂ ਨੇਗੀਆਂ ਕਿ ਬਿਲਕੁਲ ਵੰਡਣੀਆਂ ਫਾਈਨੈਂਸ਼ੀਅਲ ਚਾਹੀਦੀਆਂ। ਸਪੋਰਟ ਆਪਾਂ ਹਮੇਸ਼ਾ ਇੱਕ ਇਹ ਵੀ ਸਟੀਰੀਓਟਾਈਪ ਆ ਕਿ ਫਾਈਨੈਂਸ਼ੀਅਲ ਚੀਜ਼ਾਂ ਨੇ ਜਿਹੜੀਆਂ ਉਹ ਘਰ ਦਾ ਮਰਦ ਹੀ ਦੇਖੂਗਾ, ਬੰਦਾ ਹੀ ਦੇਖੂਗਾ। ਤੇ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਕੰਮ ਕਰ ਰਹੇ ਹੋ, ਜਦੋਂ ਘਰੋਂ ਤੁਹਾਨੂੰ ਇੰਨੀ ਸਪੋਰਟ ਮਿਲ ਰਹੀ ਆ, ਹੈ ਨਾ, ਹਰ ਇੱਕ ਚੀਜ਼ਾਂ ਦੇ ਵਿੱਚ ਤੁਹਾਨੂੰ ਮਤਲਬ ਬੰਦਾ ਕਹਿ ਰਿਹਾ ਕਿ ਹਾਂਜੀ ਤੁਸੀਂ ਘਰ ਤੋਂ ਜਾ ਕੇ ਕੰਮ ਕਰੋ, ਇਹ ਚੀਜ਼ਾਂ ਪਿੱਛੇ ਮੈਂ ਦੇਖ ਲੈਣਾ, ਜਾਂ ਬਾਕੀ ਤੁਹਾਡੀ ਫੈਮਿਲੀ ਕਹਿੰਦੀ ਆ, ਫਿਰ ਉੱਥੇ ਮੈਨੂੰ ਲੱਗਦਾ ਹੈ ਕਿ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਲ ਫਾਈਨੈਂਸ਼ੀਅਲ ਜ਼ਿੰਮੇਵਾਰੀਆਂ ਵੀ ਸਾਨੂੰ ਜ਼ਰੂਰ ਵੰਡ ਲੈਣੀਆਂ ਚਾਹੀਦੀਆਂ ਨੇ ਨਾ। ਬਿਲਕੁਲ ਵੰਡ ਲੈਣੀਆਂ ਚਾਹੀਦੀਆਂ। ਮੈਨੂੰ ਲੱਗਦਾ ਹੈ ਕਿ ਫਿਰ ਨਾ ਬੰਦੇ ਨੂੰ ਇਹ ਨਹੀਂ ਲੱਗਦਾ ਕਿ ਮੇਰੀ ਟੈਨਸ਼ਨ ਹੈ, ਘਰ ਚਲਾਉਣਾ ਮੇਰੀ ਜ਼ਿੰਮੇਵਾਰੀ ਹੈ ਨਾ। ਘਰ ਸਿਰਫ ਇਕੱਲੇ ਪੈਸਿਆਂ ਨਾਲ ਵੀ ਨਹੀਂ ਚੱਲਦਾ, ਘਰ ਸਿਰਫ ਇਕੱਲੇ ਰਾਸ਼ਨ ਦੇ ਨਾਲ ਵੀ ਨਹੀਂ ਚੱਲਦਾ, ਦੋਨੋਂ ਚੀਜ਼ਾਂ ਹੀ ਜ਼ਰੂਰੀ ਨੇ। ਤਾਂ ਜੇ ਅਸੀਂ ਅਗਰ ਆਪਣੇ ਹੀ ਘਰ ਦੇ ਮੋਢੀ ਨੂੰ, ਚਾਹੇ ਆਪਣੇ ਫਾਦਰ ਸਾਹਿਬ ਨੇ ਜਾਂ ਸਾਡੇ ਹਸਬੈਂਡ ਨੇ, ਅਗਰ ਉਹਨਾਂ ਉੱਤੇ ਹੀ ਸਟ੍ਰੈਸ ਆ ਜਾਏਗਾ ਕਿ ਮੈਂ ਹੀ ਪੈਸੇ ਕਮਾਉਣੇ ਆ ਤੇ ਮੈਂ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਮੈਂ ਹੀ ਘਰ ਦਾ ਖਰਚਾ ਕਰਨਾ ਹੈ, ਤੇ ਇਹ ਕਿਤੇ ਨਾ ਕਿਤੇ ਉਹ ਵੀ ਬਰਡਨ ਹੋ ਜਾਂਦਾ ਹੈ। ਤੇ ਜੇ ਅਸੀਂ ਥੋੜਾ ਜਿਹਾ ਉਹਨਾਂ ਨੂੰ ਸਪੋਰਟ ਕਰ ਦਿੰਦੇ ਆ ਤੇ ਉਹਦੇ ਨਾਲ ਸਾਡੀ ਦੋਵਾਂ ਦੀ ਹੀ ਜ਼ਿੰਦਗੀ ਸੌਖੀ ਹੁੰਦੀ ਹੈ। ਬਿਲਕੁਲ, ਇਕੱਲੇ ਇੱਕ ਦੀ ਨਹੀਂ, ਦੋਵਾਂ ਦੀ ਹੀ ਜ਼ਿੰਦਗੀ ਸੌਖੀ ਹੁੰਦੀ ਹੈ। ਤੇ ਮੈਨੂੰ ਲੱਗਦਾ ਜ਼ਰੂਰੀ ਵੀ ਹੈ। ਜਿਵੇਂ ਇੱਕ ਚੀਜ਼ ਹੈ ਨਾ, ਆਪਾਂ ਘਰ ਬਾਰੇ ਗੱਲ ਕਰ ਰਹੇ ਸੀਗੇ ਕਿ ਘਰੇ ਤਾਂ ਚਲੋ ਤੁਸੀਂ ਕਹਿ ਰਹੇ ਹੋ ਕਿ ਪਾਰਟਨਰ ਆ ਤੁਹਾਡਾ, ਉਹਦੀ ਮਤਲਬ ਰਿਸਪੌਂਸਿਬਿਲਿਟੀ ਹੈ ਕਿ ਉਹ ਤੁਹਾਨੂੰ ਕੋਆਪਰੇਟ ਕਰੇ, ਤੁਸੀਂ ਦੋਨੋਂ ਰਲ ਮਿਲ ਕੇ। ਪਰ ਕਈ ਵਾਰੀ ਨਾ ਜਿਵੇਂ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਕਿ ਪ੍ਰੋਫੈਸ਼ਨਲੀ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਉਸ ਜਗ੍ਹਾ 'ਤੇ ਤੁਸੀਂ ਵਧੀਆ ਡੈਜਿਗਨੇਸ਼ਨ 'ਤੇ ਵੀ ਇੱਕ ਕੁੜੀ ਤੋਂ ਕਮਾਂਡ ਲੈਣੀ ਬਹੁਤ ਔਖੀ ਲੱਗਦੀ ਹੈ ਲੋਕਾਂ ਨੂੰ। ਇਹ ਚੀਜ਼ ਫੇਸ ਕਰਦੇ ਹੋ ਤੁਸੀਂ ਕਦੀ? ਦੇਖੋ, ਸੋਚ ਇਨਸਾਨ ਨੂੰ ਵੱਡਾ ਬਣਾਉਂਦੀ ਹੈ ਤੇ ਸੋਚ ਇਨਸਾਨ ਨੂੰ ਛੋਟਾ ਬਣਾ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇੱਕ ਮਾਹੌਲ ਵਧੀਆ, ਪੋਜ਼ਿਟਿਵ ਮਾਹੌਲ ਆਪਣੇ ਆਲੇ ਦੁਆਲੇ ਕ੍ਰੀਏਟ ਕਰਦੇ ਹੋ, ਚਾਹੇ ਤੁਹਾਡੇ ਨਾਲ ਮੁੰਡੇ ਕੰਮ ਕਰ ਰਹੇ ਨੇ, ਚਾਹੇ ਕੁੜੀਆਂ ਕੰਮ ਕਰ ਰਹੀਆਂ ਨੇ, ਤੁਸੀਂ ਉਹਨਾਂ ਨੂੰ ਇੰਨੀ ਕੁ ਫਰੀਡਮ ਦਿੰਦੇ ਹੋ ਕਿ ਉਹ ਆਪਣੀ ਗੱਲ ਤੁਹਾਡੇ ਸਾਹਮਣੇ ਰੱਖ ਸਕਣ, ਤੁਸੀਂ ਆਪਣੀ ਗੱਲ ਉਹਨਾਂ ਨੂੰ ਸਮਝਾ ਸਕੋ, ਤਾਂ ਫਿਰ ਇਹੋ ਜਿਹੀ ਨੌਬਤ ਆਉਂਦੀ ਨਹੀਂ ਹੈ। ਵੈਸੇ ਹਾਂ, ਅਗਰ ਦੇਖੋ ਸੋਚ ਤੁਸੀਂ ਬਦਲ ਨਹੀਂ ਸਕਦੇ। ਅਗਰ ਕੁਛ ਤੁਹਾਡੇ ਕਲੀਗ ਸੋਚਦੇ ਆ ਕਿ ਨਹੀਂ ਅਸੀਂ ਇਹਦੀ ਕਮਾਂਡ ਕਿਉਂ ਲਈਏ, ਇੱਕ ਔਰਤ ਹੈ ਨਾ, ਤੇ ਉਹ ਤੁਸੀਂ ਚਾਹ ਕੇ ਬਦਲ ਨਹੀਂ ਸਕਦੇ ਉਹਨਾਂ ਦੀ ਸੋਚ। ਇਹ ਤੁਹਾਡਾ ਜਦੋਂ ਇਨਵਾਇਰਨਮੈਂਟ ਕ੍ਰੀਏਟ ਹੁੰਦਾ, ਜਦੋਂ ਇੱਕ ਵਾਈਬ ਕ੍ਰੀਏਟ ਹੁੰਦੀ ਹੈ, ਮੈਨੂੰ ਲੱਗਦਾ ਕਿ ਉਦੋਂ ਹੀ ਪੋਜ਼ਿਟਿਵਿਟੀ ਆਉਂਦੀ ਹੈ। ਅਗਰ ਤੁਸੀਂ ਸਾਹਮਣੇ ਵਾਲੇ ਨੂੰ ਸਮਝੋਗੇ, ਸਾਹਮਣੇ ਵਾਲਾ ਵੀ ਤੁਹਾਨੂੰ ਸਮਝੇਗਾ। ਇੱਕ ਵਾਰੀ ਨਹੀਂ ਸਮਝੇਗਾ, ਦੋ ਵਾਰੀ ਨਹੀਂ ਸਮਝੇਗਾ, ਤੀਸਰੀ ਵਾਰੀ ਉਹਨੂੰ ਲੱਗੇਗਾ ਕਿ ਨਹੀਂ, ਸ਼ੀ ਇਜ਼ ਰਾਈਟ ਔਨ ਅ ਪਾਰਟ, ਕਿਉਂਕਿ ਉਹ ਤੁਹਾਨੂੰ ਆਪਣੇ ਪ੍ਰੋਫੈਸ਼ਨ ਦੇ ਲਈ ਜਾਂ ਆਪਣੇ ਕੰਮ ਦੇ ਲਈ ਹੀ ਉਹ ਕਹਿ ਰਹੇ ਆ ਨਾ। ਪਰਸਨਲ ਥੋੜ੍ਹਾ ਕੋਈ ਕਿਸੇ ਨੂੰ ਹੋ ਸਕਦਾ ਹੈ ਕਿ ਮੈਂ ਪਰਸਨਲ ਕਿਸੇ ਬੰਦੇ ਨੂੰ ਬਾਰ-ਬਾਰ ਬੋਕ ਕਰੀ ਜਾਵਾਂ। ਅਤੇ ਮੈਨੂੰ ਲੱਗਦਾ ਕਿ ਮੈਂ ਜਦ ਵੀ ਕੰਮ ਕਰਦੀ ਹਾਂ, ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਕਿ ਮੇਰੇ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਇੰਨੇ ਕੁ ਪੋਜ਼ੀਟਿਵ ਰਹਿਣ ਕਿ ਇਹ ਵਾਲੀ ਗੱਲ ਕਦੀ ਆਵੇ ਹੀ ਨਾ ਕਿ ਇੱਕ ਫੀਮੇਲ ਤੋਂ ਕਮਾਂਡ ਲੈਣੀ ਪੈ ਰਹੀ ਆ, ਜਾਂ ਇੱਕ ਹੈ ਨਾ, ਜਾਂ ਉਹਨਾਂ ਨੂੰ ਲੱਗੇ ਕਿ ਮੈਡਮ ਵਾਲੀ ਗੱਲ ਨਾ ਹੋਵੇ। ਮੈਂ ਹੁਣੇ ਰੀਸੈਂਟਲੀ ਜਿੰਨੇ ਪ੍ਰੋਜੈਕਟਸ ਕੀਤੇ, ਮੈਨੂੰ ਲੱਗਦਾ ਮੇਰੀ ਟੀਮ 'ਚ ਸਾਰੇ ਮੁੰਡੇ ਹੀ ਸੀਗੇ ਅਤੇ ਉਹਨਾਂ ਨੇ ਬਹੁਤ ਵਧੀਆ ਸਪੋਰਟ ਕੀਤਾ ਮੇਰੇ ਨਾਲ ਇਵੈਂਟਸ ਦੇ ਵਿੱਚ। ਸਰਸ ਮੇਲਾ ਸੰਗਰੂਰ ਹੀ ਸੀਗਾ, ਉਸ ਟੀਮ 'ਚ ਸਾਰੇ ਮੁੰਡੇ ਸੀਗੇ ਮੇਰੇ ਨਾਲ। ਅਤੇ ਪਰ ਮੈਂ ਉਹਨਾਂ ਨੂੰ ਇਹ ਨਹੀਂ ਫੀਲ ਹੋਣ ਦਿੱਤਾ ਕਿ ਮੈਂ ਫੀਮੇਲ ਹਾਂ ਅਤੇ ਤੁਸੀਂ ਹੈ ਨਾ, ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਮੈਡਮ ਦੀ ਕਮਾਂਡ ਲੈ ਰਹੇ ਹਾਂ। ਪਰ ਮੈਨੂੰ ਲੱਗਦਾ ਕਿ ਐਕਸਪੀਰੀਅੰਸ ਦੇ ਨਾਲ ਅਤੇ ਜਿਸ ਤਰੀਕੇ ਨਾਲ ਤੁਸੀਂ ਆਪਣੇ ਵਿਚਰਦੇ ਹੋ ਆਪਣੇ ਨਾਲ, ਆਪਣੇ ਕਲੀਗਸ ਦੇ ਨਾਲ, ਅਤੇ ਉਹ ਇੱਕ ਤੁਹਾਡੀ ਟਿਊਨਿੰਗ ਬਣ ਜਾਂਦੀ ਹੈ। ਫਿਰ ਔਖਾ ਨਹੀਂ ਲੱਗਦਾ ਦਿਨ ਰਾਤ ਜਾਂ ਕਿਸੇ ਤਰੀਕੇ ਨਾਲ ਵੀ ਕੰਮ ਕਰਨਾ, ਫਿਰ ਈਜ਼ੀ ਹੋ ਜਾਂਦਾ ਹੈ। ਜਿਵੇਂ ਆਪਾਂ ਬੀਬੀ ਜਗੀਰ ਕੌਰ ਹੋਰਾਂ ਨੂੰ ਮਿਲੇ ਸੀਗੇ ਹੈ ਨਾ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕਦੇ ਨਹੀਂ ਮਹਿਸੂਸ ਹੁੰਦਾ ਕਿ ਮੈਂ ਇੰਨੇ ਬੰਦਿਆਂ 'ਚ ਖੜ੍ਹ ਕੇ ਗੱਲ ਕਰਦੀ ਹਾਂ। ਕਹਿੰਦੇ ਅਤੇ ਜਦੋਂ ਤੁਸੀਂ ਫੀਲਡ 'ਚ ਕੰਮ ਕਰਦੇ ਹੋ ਹੈ ਨਾ, ਜਾਂ ਚਾਹੇ ਉਹ ਪੋਲੀਟਿਕਸ ਹੋ ਗਈ ਜਾਂ ਕੋਈ ਵੀ ਪ੍ਰੋਫੈਸ਼ਨ ਹੈ, ਕਹਿੰਦੇ ਉੱਥੇ ਫਿਰ ਤੁਸੀਂ ਆਪਣਾ ਜੈਂਡਰ ਨਾ ਦੇਖੋ। ਬਿਲਕੁਲ ਸਹੀ। ਉੱਥੇ ਕਹਿੰਦੇ ਇਹ ਸਿੰਪਥੀ ਵੀ ਨਾ ਲਓ ਤੁਸੀਂ ਕਿ ਮੈਂ ਜਨਾਨੀ ਹਾਂ, ਮੈਂ ਜਨਾਨੀ ਹਾਂ ਤਾਂ ਤੁਸੀਂ ਮੈਨੂੰ ਉਸ ਤਰੀਕੇ ਨਾਲ ਪੈਂਪਰ ਕਰਕੇ ਰੱਖੋ, ਬਿਲਕੁਲ ਵੀ ਨਹੀਂ। ਹਾਂ ਬਿਲਕੁਲ, ਉੱਥੇ ਕਹਿੰਦੇ ਤੁਸੀਂ ਆਪਣਾ ਜੈਂਡਰ ਨਾ ਧਿਆਨ 'ਚ ਰੱਖੋ। ਕਹਿੰਦੇ ਉੱਥੇ ਸਿਰਫ ਤੁਸੀਂ ਆਪਣਾ ਅਹੁਦਾ ਧਿਆਨ 'ਚ ਰੱਖੋ ਅਤੇ ਤੁਸੀਂ ਆਪਣਾ ਕੰਮ ਧਿਆਨ 'ਚ ਰੱਖੋ। ਬਿਲਕੁਲ ਸਹੀ। ਅਤੇ ਉਸ ਅਹੁਦੇ 'ਤੇ ਕੋਈ ਵੀ ਹੋ ਸਕਦਾ ਆ, ਉਹ ਅਹੁਦਾ ਇਹ ਨਹੀਂ ਹੈਗਾ ਕਿ ਇਹ ਇਸੇ ਜੈਂਡਰ ਨੂੰ ਦੇਣਾ ਸੀਗਾ ਤਾਂ ਉਹ ਫਿਰ ਉਸ ਤਰੀਕੇ ਦੇ ਨਾਲ ਤੁਹਾਨੂੰ ਡੀਲ ਕਰਨ, ਹੈ ਨਾ। ਕਹਿੰਦੇ ਸਿਰਫ ਆਪਣਾ ਅਹੁਦਾ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ 'ਚ ਰੱਖੋ ਤੁਸੀਂ। ਬਿਲਕੁਲ ਸਹੀ ਗੱਲ। ਮੇਰੇ ਵੀ ਦਿਮਾਗ 'ਚ ਇਹੀ ਰਹਿੰਦਾ ਕਿ ਜੋ ਮੈਨੂੰ ਕੰਮ ਦਿੱਤਾ ਗਿਆ ਹੈ ਔਰ ਮੇਰੇ ਨਾਲ ਜਿਹੜੀ ਟੀਮ ਹੈ ਉਹ 'ਚ ਭਾਵੇਂ ਕੁੜੀ ਹੈ ਅਤੇ ਭਾਵੇਂ ਮੁੰਡਾ ਹੈ,
ਤੇ ਉਹ ਕੰਮ ਅਸੀਂ ਕਰਨਾ ਹੈ। ਅਸੀਂ ਸਭ ਕੰਮ ਲਈ ਇਕੱਠੇ ਹੋਏ ਹਾਂ। ਜੇ ਅਸੀਂ ਇਹ ਚੀਜ਼ਾਂ ਸੋਚਾਂਗੇ ਤਾਂ ਫਿਰ ਅਸੀਂ ਪ੍ਰੋਗਰੈਸ ਨਹੀਂ ਕਰ ਸਕਦੇ, ਅੱਗੇ ਨਹੀਂ ਵੱਧ ਸਕਦੇ ਹੈਗੇ। ਬਿਲਕੁਲ, ਬਹੁਤ ਸਾਰੇ ਲੋਕ ਨਾ ਇਹ ਵੀ ਸੋਚ ਰੱਖਦੇ ਨੇਗੇ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਬੇਟਾ ਤੁਹਾਡਾ 6 ਮਹੀਨਿਆਂ ਦਾ ਸੀ, ਹੈ ਨਾ, ਜਾਂ ਆਨੰਦ, ਜੇ ਮੈਂ ਆਪਣੀ ਗੱਲ ਕਰਾਂ ਤਾਂ ਆਨੰਦ ਪੌਣੇ ਕੁ 3 ਮਹੀਨਿਆਂ ਦੀ ਸੀਗੀ ਜਦੋਂ ਮੈਂ ਦੁਬਾਰਾ ਕੰਮ ਸ਼ੁਰੂ ਕੀਤਾ ਸੀਗਾ, ਹੈ ਨਾ। ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇਗੇ ਕਿ ਕੰਮ ਕਰਨ ਦੇ ਲਈ ਤਾਂ ਸਾਰੀ ਜ਼ਿੰਦਗੀ ਪਈ ਆ, ਹੈ ਨਾ, ਤਾਂ ਤੁਸੀਂ ਬੱਚੇ ਨੂੰ ਟਾਈਮ ਕਿਉਂ ਨਹੀਂ ਦਿੱਤਾ। ਹਾਲਾਂਕਿ ਆਪਾਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਉਨਾ ਟਾਈਮ ਮਿਲੇ। ਕਈ ਵਾਰੀ ਥੱਕੇ ਵੀ ਹੋਈਦਾ ਤਾਂ ਵੀ ਜਾ ਕੇ ਇਹ ਹੁੰਦਾ ਕਿ ਜੇ ਉਹਨੇ ਕਹਿਤਾ ਮੇਰੇ ਨਾਲ ਜੰਪ ਕਰੋ ਤਾਂ ਤੁਸੀਂ ਕਰਦੇ ਹੋ ਹੈ ਨਾ। ਜਿਵੇਂ ਤੁਸੀਂ ਕਿਹਾ, ਜੇ ਉਹਨੇ ਕੁਝ ਖਾਣ ਲਈ ਮੰਗ ਲਿਆ ਫਿਰ ਤੁਸੀਂ ਕਰਦੇ ਹੋ, ਹੈ ਨਾ, ਉਹਦੇ ਲਈ। ਅਤੇ ਫਿਰ ਬਹੁਤ ਲੋਕ ਕਹਿੰਦੇ ਨੇ ਕਿ ਇੰਨਾ ਤੰਗ ਹੋਣ ਦੀ ਕੀ ਲੋੜ ਆ, ਜਾਂ ਕੰਮ ਕਰਨ ਦੇ ਲਈ ਤਾਂ ਸਾਰੀ ਉਮਰ ਪਈ ਆ, ਕਿ ਤੁਹਾਨੂੰ ਜ਼ਿਆਦਾ ਟਾਈਮ ਬੱਚਿਆਂ ਨੂੰ ਦੇਣਾ ਚਾਹੀਦਾ ਵਾ, ਹੈ ਨਾ। ਇਸ ਚੀਜ਼ ਬਾਰੇ ਤੁਸੀਂ ਕੀ ਸੋਚਦੇ ਹੋ? ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਨਾ ਸਾਨੂੰ ਔਰਤਾਂ ਨੂੰ ਜੇ ਇੰਨੀ ਕੁ ਸ਼ਕਤੀ ਦਿੱਤੀ ਹੋਈ ਹੈ ਨਾ, ਜੇ ਅਸੀਂ ਇੰਨੇ ਕੁ ਹਿੰਮਤ ਰੱਖਦੇ ਹਾਂ ਇੱਕ ਬੱਚੇ ਨੂੰ, ਇੱਕ ਜ਼ਿੰਦਗੀ ਨੂੰ ਦੁਨੀਆ 'ਚ ਲਿਆਉਣ ਵਾਸਤੇ, ਹੈ ਨਾ, ਅਤੇ ਉਹੀ ਪਰਮਾਤਮਾ ਨੇ ਸਾਨੂੰ ਇੰਨੀ ਕੁ ਤਾਕਤ ਦਿੱਤੀ ਹੋਈ ਹੈ ਕਿ ਅਸੀਂ ਇੱਕ ਟਾਈਮ 'ਤੇ ਮਲਟੀਪਲ ਕੰਮ ਵੀ ਕਰ ਸਕਦੇ ਹਾਂ। ਫ਼ਰਕ ਸਿਰਫ ਸਾਡੀ ਸੋਚ ਦਾ ਹੈ ਕਿ ਅਸੀਂ ਉਹਨੂੰ ਮੈਨੇਜ ਕਿਵੇਂ ਕਰਦੇ ਹਾਂ। ਬਿਲਕੁਲ, ਹੈ ਨਾ। ਇਹ ਤਾਂ ਹੈ ਨਹੀਂ ਕਿ ਅਸੀਂ ਘਰ ਰੋਟੀ ਨਹੀਂ ਬਣਾ ਕੇ ਖਾਂਦੇ, ਜਾਂ ਬਣਾ ਕੇ ਨਹੀਂ ਖਵਾਉਂਦੇ, ਜਾਂ ਘਰ ਦੇ ਕੱਪੜੇ ਨਹੀਂ ਤੈਅ ਕਰਦੇ, ਜਾਂ ਧੋਂਦੇ ਨਹੀਂ ਆ, ਜਾਂ ਘਰ ਸਾਫ਼ ਨਹੀਂ ਰੱਖਦੇ। ਸਭ ਕੁਝ ਕਰਦੇ ਹਾਂ ਨਾ ਆਪਾਂ। ਘਰ ਵਿੱਚ ਵੀ ਮਲਟੀਪਲ ਵਰਕਸ ਹੁੰਦੇ ਆ, ਟਾਸਕ ਹੁੰਦੇ ਆ ਜਿਹੜੇ ਅਸੀਂ ਕਰਦੇ ਹਾਂ। ਅਗਰ ਮੈਂ ਪ੍ਰੋਫੈਸ਼ਨ ਦੀ ਗੱਲ ਨਹੀਂ ਵੀ ਕਰਦੇ, ਅਤੇ ਜੇ ਅਸੀਂ ਉਹ ਕਰ ਸਕਦੇ ਹਾਂ ਤਾਂ ਅਸੀਂ ਵਰਕ ਲਾਈਫ ਕਿਉਂ ਨਹੀਂ ਬੈਲੈਂਸ ਕਰ ਸਕਦੇ। ਬਸ ਸਿਰਫ ਆਪਣੀ ਸੋਚ ਅਤੇ ਆਪਣਾ ਟਾਈਮ ਇਹੀ ਮੈਨੇਜ ਕਰਨਾ ਕਿ ਤਾਂ ਕਿ ਅਸੀਂ ਹਰ ਚੀਜ਼ ਨੂੰ ਪ੍ਰੋਪਰਲੀ ਟਾਈਮ ਦੇ ਸਕੀਏ। ਜਦੋਂ ਜਿਹਦਾ ਟਾਈਮ ਹੈ ਉਹਨੂੰ ਉਹ ਟਾਈਮ ਦੇਣਾ ਜ਼ਰੂਰੀ ਹੈ। ਜੇ ਅਸੀਂ ਘਰ ਵਿੱਚ ਹਾਂ ਤਾਂ ਅਸੀਂ ਘਰ ਵਾਲੇ ਹਾਂ, ਅਤੇ ਜੇ ਅਸੀਂ ਬਾਹਰ ਹਾਂ ਤਾਂ ਫਿਰ ਓਬਵੀਅਸਲੀ ਆਪਾਂ ਜੋ ਪ੍ਰੋਫੈਸ਼ਨ ਹੈ ਅਸੀਂ ਉਸ ਪ੍ਰੋਫੈਸ਼ਨ ਨੂੰ ਅਸੀਂ ਪਰਸਿਊ ਕਰ ਰਹੇ ਹਾਂ। ਇਹ ਚੀਜ਼ ਮੈਂ ਸਭ ਤੋਂ ਜ਼ਿਆਦਾ ਸਿੱਖੀ ਆਪਣੇ ਮਦਰ ਇਨ ਲਾਅ ਤੋਂ। ਮੇਰੇ ਜਿਹੜੇ ਮਦਰ ਇਨ ਲਾਅ ਨੇ, ਉਹ ਇਹਨਾਂ 'ਚ ਇੰਨਾ ਕੁ ਪੇਸ਼ੈਂਸ ਹੈ ਨਾ, ਮਤਲਬ ਮੈਂ ਉਹਨਾਂ ਤੋਂ ਬਹੁਤ ਸਿੱਖਿਆ। ਜਦੋਂ ਮੇਰਾ ਵਿਆਹ ਹੋਇਆ, ਮੈਂ ਉਹਨਾਂ ਨੂੰ ਦੇਖਿਆ ਬੀਇੰਗ ਅ ਪ੍ਰਿੰਸੀਪਲ, ਤੁਸੀਂ ਇੱਕ ਸਕੂਲ ਚਲਾਉਂਦੇ ਹੋ, ਦੇਖੋ ਕਿੰਨੇ ਕੁ ਬੱਚੇ ਹੁੰਦੇ ਆ, ਕਈ ਤਰ੍ਹਾਂ ਦੇ ਟੀਚਰਸ ਨਾਲ ਤੁਹਾਡੀ ਗੱਲਬਾਤ ਹੁੰਦੀ ਆ, ਤੁਹਾਨੂੰ ਉਹਨਾਂ ਨੂੰ ਸਮਝਾਉਣਾ ਵੀ ਪੈਂਦਾ, ਹਰ ਇੱਕ ਸੁਭਾਅ ਦਾ ਅਲੱਗ-ਅਲੱਗ ਕਿਰਦਾਰ ਤੁਹਾਨੂੰ ਰੋਜ਼ ਮਿਲਦਾ ਹੈ। ਅਤੇ ਜਦੋਂ ਉਹ ਸਕੂਲ ਹੁੰਦੇ ਨੇ, ਸ਼ੀ ਇਜ਼ ਕੰਪਲੀਟਲੀ ਪ੍ਰਿੰਸੀਪਲ। ਜਦੋਂ ਘਰ ਹੁੰਦੇ ਨੇ ਤਾਂ ਉਹ ਸਾਡੀ ਮੰਮੀ ਹੁੰਦੇ ਨੇ। ਆਈ ਸਵੈਰ ਉਹਨਾਂ ਨੇ ਕਦੀ ਵੀ ਘਰੇ ਇਹ ਨਹੀਂ ਫੀਲ ਹੋਣ ਦਿੱਤਾ ਕਿ ਮੈਂ ਜੀ ਪ੍ਰਿੰਸੀਪਲ ਹਾਂ ਅਤੇ ਮੈਂ ਘਰੇ ਰੋਅਬ ਝਾੜਾਂਗੀ, ਬਿਲਕੁਲ ਵੀ ਨਹੀਂ। ਮਤਲਬ ਸ਼ੀ ਸੱਚ ਅ ਹੰਬਲ ਲੇਡੀ। ਅੱਜ ਵੀ ਉਹਨਾਂ 'ਚ ਇੰਨਾ ਕੁ ਸਬਰ ਆ ਨਾ, ਅਤੇ ਮੈਂ ਉਹ ਚੀਜ਼ ਉਹਨਾਂ ਤੋਂ ਸਿੱਖੀ ਕਿ ਜੇ ਮੇਰੇ ਮਦਰ ਇਨ ਲਾਅ ਇਹ ਚੀਜ਼ਾਂ ਨੂੰ ਬੈਲੈਂਸ ਕਰ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਕਰ ਸਕਦੀ। ਅਤੇ ਜੋ ਸਬਰ ਵਾਲੀ ਚੀਜ਼ ਹੈ ਨਾ, ਮੈਂ ਉਹਨਾਂ ਤੋਂ ਬਹੁਤ ਸਿੱਖੀ, ਹਜੇ ਵੀ ਉਹਨਾਂ ਤੋਂ ਹੀ ਸਿੱਖਣੀ ਆ। ਸ਼ੀ ਇਜ਼ ਅਮੇਜ਼ਿੰਗ। ਅਤੇ ਮੈਨੂੰ ਲੱਗਦਾ ਕਿ ਅਸੀਂ ਔਰਤਾਂ ਨੂੰ ਪਰਮਾਤਮਾ ਨੇ ਹਰ ਇੱਕ ਚੀਜ਼ ਦਿੱਤੀ ਹੋਈ ਹੈ। ਬਸ ਅਸੀਂ ਕਦੋਂ ਆਪਣੇ ਆਪ ਨੂੰ ਬੈਲੈਂਸ ਕਰਦੇ ਹਾਂ, ਕਦੋਂ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰਦੇ ਹਾਂ ਕਿ ਅਸੀਂ ਆ ਵੀ ਕਰਨਾ ਹੈ, ਅਸੀਂ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਵੀ ਜੀਣੀ ਹੈ, ਅਸੀਂ ਆਪਣੇ ਪਾਰਟਨਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣਾ ਵੀ ਹੈ, ਤਾਂ ਕਿ ਉਹਨੂੰ ਕਦੀ ਵੀ ਇਹ ਨਾ ਲੱਗੇ ਕਿ ਸਭ ਕੁਛ ਉਹ ਦੇਖ ਰਿਹਾ। ਅਤੇ ਮਦਰ ਦਾ ਕਰੈਕਟਰ ਵੀ ਆਪਾਂ ਨਿਭਾਉਂਦੇ ਹਾਂ, ਅਤੇ ਜਦੋਂ ਅਸੀਂ ਨੂੰਹ ਹਾਂ ਅਤੇ ਅਸੀਂ ਨੂੰਹ ਦਾ ਵੀ, ਜਦੋਂ ਧੀ ਹਾਂ ਅਤੇ ਉਦੋਂ ਧੀ ਵਾਲਾ ਵੀ ਕਿਰਦਾਰ ਨਿਭਾਉਂਦੇ ਹਾਂ। ਅਸੀਂ ਕਰ ਸਕਦੇ ਹਾਂ। ਗੁਰਦੀਪ, ਇੱਕ ਚੀਜ਼ ਹੋਰ, ਜਿਵੇਂ ਆਪਾਂ ਕਹਿੰਦੇ ਹਾਂ ਕਿ ਜਿਸ ਖਿੱਤੇ 'ਚ ਜਾਂ ਜਿਸ ਕਿੱਤੇ 'ਚ ਤੁਸੀਂ ਕੰਮ ਨਹੀਂ ਕਰ ਰਹੇ ਹੈ ਨਾ, ਤੁਹਾਨੂੰ ਉਹ ਤੋਂ ਬਾਹਰ ਹੁੰਦੇ ਆਪਾਂ ਜਦੋਂ, ਉਹਦੇ ਲਈ ਬਹੁਤ ਭੁਲੇਖੇ ਹੁੰਦੇ ਆ। ਖਾਸ ਕਰਕੇ ਇਹ ਫੀਲਡ ਆ ਨਾ ਜਿਹੜੀ ਐਂਟਰਟੇਨਮੈਂਟ ਵਾਲੀ, ਇਹ 'ਚ ਲੋਕਾਂ ਨੂੰ ਬਹੁਤ ਭੁਲੇਖਾ ਹੈ ਕਿ ਕੁੜੀਆਂ ਲਈ ਬਹੁਤ ਔਖਾ, ਚਾਹੇ ਉਹ ਔਨ ਸਕਰੀਨ ਕੋਈ ਬੰਦਾ ਕੰਮ ਕਰ ਰਿਹਾ, ਚਾਹੇ ਆਫ ਸਕਰੀਨ, ਹੈ ਨਾ। ਤੁਹਾਨੂੰ ਲੱਗਦਾ ਕਿ ਸੱਚੀ ਇਸ ਇੰਡਸਟਰੀ 'ਚ ਕੰਮ ਕਰਨਾ ਔਖਾ? ਕੰਮ ਕਰਨਾ ਕਿਸੇ ਵੀ ਫੀਲਡ 'ਚ ਔਖਾ ਹੈ। ਬਿਲਕੁਲ ਸਹੀ। ਸਿਰਫ ਐਂਟਰਟੇਨਮੈਂਟ ਇੰਡਸਟਰੀ ਨਹੀਂ ਆ। ਅਗਰ ਮੈਂ ਅੱਜ ਹੈਲਥ ਇੰਡਸਟਰੀ ਦੀ ਵੀ ਗੱਲ ਕਰਾਂ ਤਾਂ ਉੱਥੇ ਵੀ ਇਹੀ ਚੈਲੰਜਸ ਹੈਗੇ ਨੇ ਲੇਡੀਜ਼ ਨੂੰ ਲੈ ਕੇ, ਜਾਂ ਇਹ ਤਾਂ ਸਭ ਪਾਸੇ ਹੀ ਆ, ਹਰ ਪ੍ਰੋਫੈਸ਼ਨ ਦੇ ਵਿੱਚ ਚੈਲੰਜਸ ਹੈ। ਤੁਸੀਂ ਕਿਸ ਤਰੀਕੇ ਨਾਲ ਆਪਣੀ ਪਹਿਚਾਣ ਬਣਾਉਂਦੇ ਹੋ, ਕਿਵੇਂ ਤੁਸੀਂ ਆਪਣੇ ਆਲੇ ਦੁਆਲੇ ਨੂੰ ਰੱਖਦੇ ਹੋ ਔਰ ਕੰਮ ਕਰਦੇ ਹੋ, ਉਹ ਬਹੁਤ ਜ਼ਰੂਰੀ ਹੈ। ਬਿਲਕੁਲ। ਅਤੇ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਕੰਮ ਦੇ ਨਾਲ ਨਾਲ ਆਪਣੇ ਨਾਲ ਜੁੜੇ ਲੋਕਾਂ ਨੂੰ ਵੀ ਅੱਗੇ ਮਦਦ ਕਰਦੇ ਰਹਿਣਾ ਚਾਹੀਦਾ ਹੈ। ਉਹਦੇ ਨਾਲ ਹੀ ਸਾਡੀ ਇੰਡਸਟਰੀ, ਮੈਨੂੰ ਲੱਗਦਾ ਕਿ ਹਰ ਇੱਕ ਇੰਡਸਟਰੀ ਦੇ ਵਿੱਚ ਇਹ ਚੀਜ਼ ਨਹੀਂ ਹੋਏਗੀ ਕਿ ਸਿਰਫ ਤੁਸੀਂ ਹੈਲਥ ਇੰਡਸਟਰੀ 'ਚ ਹੀ ਕੰਮ ਕਰ ਲਓ ਜਾਂ ਐਜੂਕੇਸ਼ਨ ਇੰਡਸਟਰੀ 'ਚ ਹੀ ਕੰਮ ਕਰ ਲਓ। ਚੈਲੰਜਸ ਹਰ ਇੰਡਸਟਰੀ ਦੇ ਵਿੱਚ ਹੀ ਹੈ। ਬਸ ਤੁਸੀਂ ਕੰਮ ਨੂੰ ਕਿਵੇਂ ਕਰਨਾ ਹੈ,
ਤੇ ਆਪਣੇ ਨਾਲ ਜੁੜੇ ਲੋਕਾਂ ਨੂੰ ਅੱਗੇ ਕਿਵੇਂ ਹੈਲਪ ਕਰਨੀ ਹੈ। ਸਿਰਫ ਆਪਣੇ ਬਾਰੇ ਨਾ ਸੋਚੋ, ਬਾਕੀਆਂ ਬਾਰੇ ਵੀ ਸੋਚਣਾ ਜ਼ਰੂਰੀ ਹੈ। ਬਿਲਕੁਲ। ਮੈਨੇ ਜਿਵੇਂ ਹੁਣ ਮੈਨੂੰ 8-9 ਸਾਲ ਹੋ ਜਾਣੇ ਨੇ ਹੈ ਨਾ ਜਰਨਲਿਜ਼ਮ 'ਚ ਕੰਮ ਕਰਦਿਆਂ ਨੂੰ, ਤਾਂ ਜਦੋਂ ਅਸੀਂ ਡਿਗਰੀ ਕਰਦੇ ਹੁੰਦੇ ਸੀ ਤਾਂ ਸਾਡੇ ਇੱਕ ਟੀਚਰ ਵੱਲੋਂ ਹੀ ਸਾਨੂੰ ਕਿਹਾ ਜਾਂਦਾ ਸੀਗਾ ਕਿ ਕੁੜੀਆਂ ਦਾ ਇਸ ਫੀਲਡ 'ਚ ਬਹੁਤ ਔਖਾ, ਕੁੜੀਆਂ ਦੇ ਲਈ ਬਹੁਤ ਸਾਰੇ ਚੈਲੰਜ ਨੇਗੇ, ਕੁੜੀਆਂ ਨੂੰ ਇੱਦਾਂ ਕਰਨਾ ਪੈਂਦਾ, ਕੁੜੀਆਂ ਦੇ ਲਈ ਇੱਦਾਂ ਹੋ ਜਾਂਦਾ ਹੈ ਨਾ। ਤਾਂ ਬੜਾ ਅਸੀਂ ਡਰਿਆ ਕਰਨਾ ਹੈ ਨਾ ਵੀ ਯਾਰ ਫਿਰ ਮਤਲਬ ਸਾਡੇ ਇੰਨਾ ਪੜ੍ਹਨ ਦਾ ਫਾਇਦਾ ਨਹੀਂ ਇਹ ਸਾਨੂੰ ਕੰਮ ਕਰਨ 'ਚ ਇੰਨੀ ਔਖ ਆਉਣੀ ਹੈ ਨਾ। ਪਰ ਤੁਸੀਂ ਸੱਚੀ ਯਕੀਨ ਨਹੀਂ ਕਰੋਗੇ ਕਿ ਮੈਨੂੰ 8-9 ਸਾਲ ਹੋ ਗਏ ਕੰਮ ਕਰਦੀ ਨੂੰ, ਅਤੇ ਜਿਵੇਂ ਤੁਸੀਂ ਕਿਹਾ ਕਿ ਮੈਕਸੀਮਮ ਮੇਰਾ ਕੰਮ ਆ ਮੇਲ ਸਟਾਫ ਨਾਲ। ਰੇਡੀਓ 'ਤੇ ਮੈਂ ਗਈ ਹਾਂ, ਮੈਂ ਉੱਥੇ ਇਕੱਲੀ ਕੁੜੀ ਸੀਗੀ। ਉਸ ਤੋਂ ਬਾਅਦ ਮੈਂ ਇੱਕ ਪੋਰਟਲ ਦੇ ਨਾਲ ਕੰਮ ਕੀਤਾ, ਉੱਥੇ ਪੂਰੇ ਸਟਾਫ 'ਚ ਮੈਂ ਇਕੱਲੀ ਕੁੜੀ ਸੀ ਨਾ। ਹੁਣ ਇੱਥੇ ਵੀ ਆਪਾਂ ਕੰਮ ਕਰਦੇ ਤਾਂ ਮੈਕਸੀਮਮ ਸਟਾਫ ਜੇ ਅਸੀਂ 10 ਜਣੇ ਤਾਂ 8 ਜਣੇ ਸਾਡੇ 'ਚੋਂ ਮੁੰਡੇ ਨੇਗੇ ਹੈ ਨਾ। ਮੈਨੂੰ ਕਦੇ ਨਹੀਂ ਲੱਗਿਆ ਕਿ ਮੈਨੂੰ ਇੱਕ ਦਿਨ ਕਿ ਮੈਨੂੰ ਇੱਕ ਸੈਕਿੰਡ ਲਈ ਇਹ ਲੱਗਿਆ ਹੈਗਾ ਕਦੇ ਕਿ ਯਾਰ ਜੇ ਕਾਸ਼ ਮੈਂ ਮੁੰਡਾ ਹੁੰਦੀ ਤਾਂ ਮੈਨੂੰ ਆਹ ਦਿੱਕਤ ਨਹੀਂ ਸੀ ਆਉਣੀ। ਮੈਨੂੰ ਕੁੜੀ ਹੋਣ ਕਰਕੇ ਆਹ ਦਿੱਕਤ ਆ ਰਹੀ ਹੈ ਨਾ। ਸਿਕਿਉਰਿਟੀ ਨੂੰ ਲੈ ਕੇ ਕਹਿ ਲਓ ਕਿ ਘਰੋਂ ਕਈ ਵਾਰੀ ਜਿਵੇਂ ਹੁਣ ਕੰਮ ਕਰਦੇ ਹਾਂ ਆਪਾਂ, ਰਾਤ ਨੂੰ ਵੀ ਟਰੈਵਲ ਕਰਦੇ ਹਾਂ ਹੈ ਨਾ, ਤੁਹਾਡੀ ਟੀਮ ਤੁਹਾਡੇ ਨਾਲ ਹੁੰਦੀ ਆ, ਤਾਂ ਘਰੋਂ ਵੀ ਕਦੇ ਕਿਸੇ ਨੂੰ ਇਹ ਫਿਕਰ ਨਹੀਂ ਹੋਇਆ ਕਿ ਉਹ ਇਕੱਲੀ ਆਪਦੀ ਟੀਮ ਨਾਲ ਗਈ ਹੋਈ ਆ ਹੈ ਨਾ। ਪਰ ਤੁਸੀਂ ਇਹ ਗੱਲ ਬਹੁਤ ਸੋਹਣੀ ਕਹੀ ਹੈ ਕਿ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੁੰਦਾ ਕਿ ਤੁਸੀਂ ਆਪਦੇ ਆਲੇ ਦੁਆਲੇ ਮਾਹੌਲ ਕੀ ਸਿਰਜ ਕੇ ਰੱਖਣਾ ਆ ਹੈ ਨਾ। ਚਲੋ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਕੋਈ ਹਾਦਸਾ ਹੋ ਜਾਂਦਾ, ਉਹ ਵੱਖਰੀ ਗੱਲ ਆ ਹੈ ਨਾ, ਉਹ ਵੱਖਰੀ ਗੱਲ ਆ। ਪਰ ਬਹੁਤ ਸਾਰੀਆਂ ਮੈਂ ਕਹਿੰਦੀ 99.9% ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੇ 'ਤੇ ਟਿਕੀਆਂ ਹੁੰਦੀਆਂ ਨੇਗੀਆਂ ਕਿ ਤੁਸੀਂ ਅੱਗਿਓਂ ਕਿਹੋ ਜਿਹੀਆਂ ਵਾਈਬਸ ਲੈਣੀਆਂ ਨੇ, ਜਿਹੋ ਜਿਹੀਆਂ ਦਿਓਗੇ ਉਹ ਜਿਹੀ ਤੁਹਾਡੇ ਵੱਲ ਵਾਪਸ ਆਉਂਦੀਆਂ ਨੇ ਨਾ। ਸੋ ਇਹ ਤੁਹਾਡੇ 'ਤੇ ਮੈਂ ਕਹਿੰਦੀ ਹਾਂ ਕਿ ਇਹ ਵੀ ਸੱਚੀ ਬਹੁਤ ਵੱਡਾ ਭੁਲੇਖਾ ਆ ਕਿ ਕੁੜੀਆਂ ਦੇ ਨਾਲ ਇੱਦਾਂ ਹੋ ਜਾਂਦਾ ਜਾਂ ਉੱਦਾਂ ਹੋ ਜਾਂਦਾ। ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੁੰਦਾ ਕਿ ਤੁਹਾਡੇ ਨਾਲ ਕੀ ਹੋਣਾ ਆ ਹੈ ਨਾ। 1% ਹਾਂ ਚਾਂਸ ਹੋ ਸਕਦਾ ਕਿ ਤੁਹਾਡੀ ਇੱਥੇ ਮਤਲਬ ਰਜ਼ਾਮੰਦੀ ਨਹੀਂ ਸੀ ਜਾਂ ਤੁਸੀਂ ਚਾਹੁੰਦੇ ਨਹੀਂ ਸੀ ਇੱਦਾਂ, ਪਰ ਹੋ ਗਿਆ ਤੁਹਾਡੇ ਨਾਲ ਇੱਦਾਂ ਹੈ ਨਾ। ਉਹ ਸਿਰਫ 1% ਹੁੰਦਾ ਮੈਨੂੰ ਲੱਗਦਾ। ਹਾਂ, ਪਰ ਮੈਨੂੰ ਲੱਗਦਾ ਕਿ ਜਿੰਨਾ ਮੇਰਾ ਹੁਣ ਤੱਕ ਦਾ ਐਕਸਪੀਰੀਅੰਸ ਰਿਹਾ, ਪ੍ਰਮਾਤਮਾ ਕਰੇ ਅੱਗੇ ਵੀ ਰਹੇ ਅਤੇ ਸਭ ਦਾ ਸੋਹਣਾ ਹੀ ਰਹੇ। ਮੈਨੂੰ ਲੱਗਦਾ ਕਿ ਉਹ ਚੀਜ਼ਾਂ ਤੁਹਾਡੇ 'ਤੇ ਟਿਕੀਆਂ ਹੁੰਦੀਆਂ ਨੇ ਕਿ ਤੁਸੀਂ ਜਦੋਂ ਕੰਮ ਕਰਦੇ ਹੋ ਤੁਸੀਂ ਕਿਹੜੀ ਨੀਤ ਦੇ ਨਾਲ ਕੰਮ ਕਰਨਾ, ਕਿਸੇ ਵੱਲ ਦੇਖਣਾ, ਜਾਂ ਕਿਸੇ ਨੂੰ ਜਦੋਂ ਤੁਸੀਂ ਬੁਲਾਉਣਾ, ਕਿਸੇ ਦੇ ਨਾਲ ਤੁਸੀਂ ਇੱਕ ਸੋਫੇ 'ਤੇ ਬੈਠੇ ਹੋ ਤਾਂ ਤੁਸੀਂ ਕਿਹੋ ਜਿਹੀਆਂ ਵਾਈਬਸ ਉੱਥੇ ਕ੍ਰੀਏਟ ਕਰਨੀਆਂ ਨੇਗੀਆਂ ਤਾਂ ਕਿ ਲੋਕ ਤੁਹਾਡੇ ਨਾਲ ਉਹੋ ਜਿਹੀ ਸੋਚਣ ਅਤੇ ਉਹੋ ਜਿਹੀ ਤੁਹਾਡੇ ਨਾਲ ਵਰਤਾਅ ਕਰਨ। ਦੇਖੋ ਸਿੰਪਲ ਜਿਹੀ ਗੱਲ ਹੈ, ਮੈਨੂੰ ਲੱਗਦਾ ਕਿ ਇਹ ਪ੍ਰਕਿਰਤੀ ਦਾ ਵੀ ਇੱਕ ਰੂਲ ਆ। ਜੇ ਤੁਸੀਂ ਪੋਜ਼ੀਟਿਵ ਹੋ ਨਾ ਤੇ ਤੁਹਾਨੂੰ ਪੋਜ਼ੀਟਿਵ ਲੋਕ ਹੀ ਮਿਲਣਗੇ। ਜੇ ਤੁਸੀਂ ਨੈਗੇਟਿਵ ਸੋਚ ਰੱਖ ਰਹੇ ਹੋ ਨਾ, ਬੁਰਾ ਹੀ ਸੋਚੀ ਜਾਓਗੇ, ਬੁਰਾ ਹੀ ਆਪਣੇ ਬਾਰੇ ਸੋਚੀ ਜਾਓਗੇ, ਮੇਰੇ ਨਾਲ ਬੁਰਾ ਹੀ ਹੋਣਾ ਜਾਂ ਮੇਰੇ ਆਲੇ ਦੁਆਲੇ ਆ ਹੋ ਰਿਹਾ ਜਾਂ ਕਿਸੇ ਬਾਰੇ ਗਲਤ ਸੋਚੀ ਜਾਣਾ, ਤੇ ਆਟੋਮੈਟਿਕਲੀ ਤੁਹਾਨੂੰ ਨੈਗੇਟਿਵਿਟੀ ਹੀ ਅਟਰੈਕਟ ਕਰੇਗੀ। ਬਿਲਕੁਲ, ਦੈਟਸ ਦ ਲਾਅ ਆਫ ਅਟਰੈਕਸ਼ਨ। ਇਹੀ ਹੈ, ਅਗਰ ਤੁਸੀਂ ਆਪਣੀ ਸਾਫ਼ ਸੋਚ ਰੱਖਦੇ ਹੋ, ਅੱਗੇ ਵਧਣ ਵਾਲੀ ਸੋਚ ਰੱਖਦੇ ਹੋ, ਪੋਜ਼ੀਟਿਵ ਹੋ, ਤੇ ਤੁਹਾਨੂੰ ਉਹੀ ਲੋਕ ਮਿਲਣਗੇ ਤੇ ਤੁਹਾਡਾ ਆਲਾ ਦੁਆਲਾ ਉਨਾ ਹੀ ਵਧੀਆ ਤੇ ਖੁਸ਼ਹਾਲ ਹੋਏਗਾ। ਤੇ ਜੇ ਤੁਸੀਂ ਨੈਗੇਟਿਵ ਸੋਚੀ ਜਾਓਗੇ ਤੁਸੀਂ ਅੱਗੇ ਨਹੀਂ ਵੱਧ ਸਕਦੇ। ਬਿਲਕੁਲ, ਇਹ ਫੈਕਟ ਹੈ ਵੀ ਜੇ ਇਹ ਜਿੰਨਾ ਤੁਸੀਂ ਪੋਜ਼ੀਟਿਵ ਸੋਚੋਗੇ ਉਨਾ ਤੁਹਾਨੂੰ ਪੋਜ਼ੀਟਿਵ ਗਰੋਥ ਮਿਲੇਗੀ। ਜੇ ਤੁਸੀਂ ਨੈਗੇਟਿਵ ਸੋਚੋਗੇ ਬਸ ਤੁਹਾਨੂੰ ਨੈਗੇਟਿਵਿਟੀ ਹੀ ਅਟਰੈਕਟ ਕਰੇਗੀ, ਔਰ ਨੈਗੇਟਿਵਿਟੀ ਤੁਹਾਨੂੰ ਬਹੁਤ ਜਲਦੀ ਅਟਰੈਕਟ ਕਰਦੀ ਹੈ, ਬਹੁਤ ਜਲਦੀ। ਸੋ ਇਹ ਆਪਣੀ ਸੋਚ ਦੇ ਉੱਤੇ ਹੈ ਕਿ ਅਸੀਂ ਆਪਣਾ ਆਲਾ ਦੁਆਲਾ ਕਿਵੇਂ ਰੱਖਣਾ ਹੈ ਤਾਂ ਕਿ ਅਸੀਂ ਆਪਣੇ ਸੁਪਨਿਆਂ ਵੱਲ, ਜਿੱਤੇ ਉੱਤੇ ਆਪਾਂ ਐਨਰਜੀ ਲਗਾ ਰਹੇ ਹਾਂ ਹੈ ਨਾ, ਜਿਸ ਪ੍ਰੋਫੈਸ਼ਨ ਦੇ ਉੱਤੇ ਆਪਾਂ ਕੰਮ ਕਰ ਰਹੇ ਆਪਾਂ 101% ਦੇ ਰਹੇ ਹਾਂ ਉਸ ਪ੍ਰੋਫੈਸ਼ਨ ਨੂੰ, ਤੇ ਫਿਰ ਉਹ ਜਜ਼ਬਾ, ਉਹ ਪੈਸ਼ਨ ਵੀ ਸਾਹਮਣੇ ਵਾਲ ਨੂੰ ਸਮਝ ਆਉਂਦਾ ਹੈ। ਬਿਲਕੁਲ, ਤੇ ਫਿਰ ਤੁਸੀਂ ਕਦੀ ਗਲਤ ਨਹੀਂ ਹੋ ਸਕਦੇ, ਤੁਸੀਂ ਗਲਤ ਲੋਕਾਂ ਨੂੰ ਨਹੀਂ ਮਿਲ ਸਕਦੇ, ਤੁਹਾਡਾ ਨਾਲ ਮਾੜਾ ਨਹੀਂ ਹੋ ਸਕਦਾ ਫਿਰ। ਬਿਲਕੁਲ। ਵੈਸੇ ਵੀ ਜਦੋਂ ਮਤਲਬ ਮੈਂ ਤੇ ਗੁਰਦੀਪ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ, ਜਿਵੇਂ ਮੈਂ ਜਿਸ ਪਰਿਵਾਰ 'ਚੋਂ ਆਈ ਜਾਂ ਗੁਰਦੀਪ ਹੈ ਨਾ, ਅਸੀਂ ਜਦੋਂ ਸਾਂਝੀਆਂ ਕਰਦੇ ਹਾਂ, ਮੇਰੇ ਘਰ 'ਚ ਇਹ ਸੀਗਾ ਕਿ ਅਸੀਂ 5 ਕੁੜੀਆਂ ਸੀ 2 ਮੁੰਡੇ ਸੀ ਹੈ ਨਾ। ਸਾਨੂੰ ਕਦੀ ਕਿਸੇ ਨੇ ਨਹੀਂ ਸੀ ਕਿਹਾ ਕਿ ਇਹ ਮੁੰਡੇ ਨੇ ਅਤੇ ਇਹਨਾਂ ਤੋਂ ਡਰਨਾ ਜਾਂ ਇਹ ਜੋ ਕਹਿਣਗੇ ਤੁਸੀਂ ਮੰਨਣਾ ਹੈ ਨਾ। ਮੈਨੂੰ ਹੁਣ ਤੱਕ ਯਾਦ ਹੈ ਕਿ ਮੇਰੇ ਪਾਪਾ ਕਹਿ ਦਿੰਦੇ ਹੁੰਦੇ ਸੀ ਵੀ ਜੇ ਜ਼ਿਆਦਾ ਚੰਬਲਣਗੇ ਨਾ ਤਾਂ ਇਹਨਾਂ ਨੂੰ ਕੁੱਟ ਲਿਓ ਚੰਗੀ ਤਰ੍ਹਾਂ। ਅਤੇ ਉੱਥੋਂ ਆ ਕੇ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਘਰਾਂ 'ਚੋਂ ਆ ਕੇ ਸ਼ਾਇਦ ਕੋਈ ਜੋਬ ਕਰਨਾ ਸੌਖਾ ਹੋ ਸਕਦਾ ਕੁੜੀਆਂ ਲਈ ਹੈ ਨਾ। ਪਰ ਤੁਸੀਂ ਜਿਸ ਘਰ 'ਚੋਂ ਆਏ ਮਤਲਬ ਉਸ ਜਗ੍ਹਾ ਤੋਂ ਆ ਕੇ ਇੱਥੇ ਤੱਕ ਪਹੁੰਚਣਾ ਬਹੁਤ ਵੱਡੀ ਚੀਜ਼ ਹੈ, ਮਾਣ ਵਾਲੀ। ਮੇਰੇ ਤਾਂ ਪਰਿਵਾਰ ਵਾਲਿਆਂ ਨੂੰ ਅੱਜ ਵੀ ਅਗਰ ਪੁੱਛਣ ਨਾ ਕਿ ਜਸਪ੍ਰੀਤ ਕੀ ਕਰਦੀ ਹੈ ਤਾਂ ਮੈਨੂੰ ਲੱਗਦਾ ਕਿ ਕੋਈ ਨਾ ਐਕਸਪਲੇਨ ਨਹੀਂ ਕਰ ਪਾਉਂਦਾ ਕਿ ਮੈਂ ਕੀ ਕਰਦੀ ਹਾਂ। ਬਸ ਇਹਨਾਂ ਦੱਸ ਦਿੰਦੇ ਉਹ ਚੰਡੀਗੜ੍ਹ 'ਚ ਹੈ, ਵਧੀਆ ਨੌਕਰੀ ਕਰਦੀ ਆ,
ਐਕਟ੍ਰੈਸਿਸ ਦੇ ਨਾਲ ਉਹਦਾ ਚੰਗਾ ਹੈਗਾ ਹੈ, ਤੇ ਸਿੰਗਰ ਜਿੰਨੇ ਵੀ ਆ ਜਾਂ ਕਲਾਕਾਰ ਨੇ ਉਹਨਾਂ ਦੇ ਨਾਲ ਉਹਦਾ ਵਧੀਆ ਹੈ। ਮੇਰੇ ਲਈ ਪੇਰੈਂਟਸ ਆਪਣੇ ਸਾਰਿਆਂ ਦੇ ਇੰਨੇ ਭੋਲੇ ਨੇ, ਇੰਨੇ ਕੀ ਭੋਲੇ ਨੇ, ਹਾਂ। ਤੇ ਉਹਨਾਂ ਨੂੰ ਕੋਈ ਜ਼ਿਆਦਾ ਮਤਲਬ ਵੀ ਨਹੀਂ ਹੁੰਦਾ ਕਿ ਤੁਸੀਂ ਕਿਹੜੀ ਡੈਜ਼ਿਗਨੇਸ਼ਨ ਤੇ ਚਲੇ ਗਏ ਜਾਂ ਕਿੰਨੀ ਤੁਹਾਡੀ ਤਨਖਾਹ ਹੋਊਗੀ। ਉਹਨਾਂ ਨੂੰ ਵੀ ਆਪਣੇ ਪਸੰਦ ਦਾ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਖੁਸ਼ ਹੋ, ਵਧੀਆ, ਬਸ ਉਹ ਇੰਨੀ ਚੀਜ਼ ਨਾਲ ਹੀ ਖੁਸ਼ ਨੇ। ਤੇ ਸ਼ਾਇਦ ਮੈਂ ਜਿਸ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ, ਉਹਨਾਂ ਨੇ ਤਾਂ ਮੈਨੂੰ ਲੱਗਦਾ ਪਿਛਲੇ ਕਈ ਪੀੜ੍ਹੀਆਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਇੰਟਰਟੇਨਮੈਂਟ ਇੰਡਸਟਰੀ ਦਾ ਹਿੱਸਾ ਬਣਨ ਦੇ ਬਾਰੇ। ਤੇ ਇਸ ਕਰਕੇ ਉਹਨਾਂ ਨੂੰ ਵੀ ਸਮਝਾਉਣਾ ਤੇ ਦੱਸਣਾ ਲੋਕਾਂ ਨੂੰ ਔਖਾ ਹੁੰਦਾ ਹੈ। ਤੇ ਫਿਰ ਕਈ ਵਾਰੀ ਮੰਮੀ ਪੁੱਛਣਗੇ ਵੀ ਕਿ ਸਮਝਾਈਏ ਕਿ ਤੂੰ ਕਰਦੀ ਕੀ ਹੈ। ਆਖਿਰ ਦੇ ਉੱਪਰ ਮੈਂ ਚਾਹੁੰਦੀ ਹਾਂ ਕਿ ਇੱਕ ਮੈਸੇਜ ਇਕੱਲੀਆਂ ਕੁੜੀਆਂ ਨੂੰ ਹੀ ਨਹੀਂ, ਪੂਰੀ ਸੁਸਾਇਟੀ ਜਾਂ ਜਿੰਨੇ ਵੀ ਦਰਸ਼ਕ ਇਸ ਵੇਲੇ ਸਾਡੇ ਦੇਖ ਰਹੇ ਨੇਗੇ, ਕਿਉਂਕਿ ਜ਼ਰੂਰੀ ਨਹੀਂ ਕੁੜੀ ਨੇ ਸੁਣ ਕੇ ਹੀ ਅੱਗੇ ਵਧਣਾ ਵਾ। ਜਿਵੇਂ ਹੁਣ ਕਈ ਪਰਿਵਾਰ ਕੁੜੀਆਂ ਤੁਹਾਡੇ ਵਾਲੇ ਪਰਿਵਾਰ ਨੂੰ ਵੀ ਬਿਲੋਂਗ ਕਰਦੀਆਂ ਹੋ ਸਕਦੀਆਂ ਨੇਗੀਆਂ, ਜਿੱਥੇ ਇਹੋ ਜਿਹੀ ਸੋਚ ਹੋਵੇ ਕਿ ਨਹੀਂ ਸਾਡੀ ਇਕੱਲੀ ਕੁੜੀ ਆ ਤਾਂ ਇਹਨੂੰ ਅਸੀਂ ਸੰਭਾਲ ਕੇ ਰੱਖਣਾ, ਬਾਹਰ ਨਹੀਂ ਜਾਣ ਦੇਣਾ, ਹੈ ਨਾ, ਜਾਂ ਪੜਾਉਣਾ ਨਹੀਂ ਜਾਂ ਕੁਛ ਵੀ। ਤਾਂ ਜਿੰਨੇ ਵੀ ਦਰਸ਼ਕ ਸਾਡੇ ਇਸ ਟਾਈਮ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇੱਕ ਸੋਚ ਕਿਸੇ ਦੂਜੇ ਇਨਸਾਨ ਦੀ ਜ਼ਿੰਦਗੀ ਕਿਵੇਂ ਬਦਲ ਸਕਦੀ ਹੈ? ਬਿਲਕੁਲ ਸਹੀ ਕਿਹਾ। ਇੱਕ ਸੋਚ ਬੜੇ ਹੀ ਲੋਕਾਂ ਦੀ ਸੋਚ ਨੂੰ ਬਦਲ ਸਕਦੀ ਹੈ। ਤਾਂ ਮੈਨੂੰ ਲੱਗਦਾ ਹੈ ਕਿ ਕੁੜੀ ਮੁੰਡੇ ਦਾ ਭੇਦ ਨਾ ਕਰੋ। ਜੋ ਵੀ ਤੁਹਾਡਾ ਬੱਚਾ ਚਾਹੁੰਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਉਹ ਸਹੀ ਹੈ, ਉਹਨੂੰ ਮਦਦ ਕਰੋ ਉਸ ਪ੍ਰੋਫੈਸ਼ਨ ਨੂੰ ਜੁਆਇਨ ਕਰਨ ਦੇ ਲਈ, ਉਹਦੀ ਹੈਲਪ ਕਰੋ। ਤੁਸੀਂ ਗਾਈਡ ਕਰੋਗੇ ਤਾਂ ਬੱਚੇ ਦਾ ਹੌਸਲਾ ਉਨਾ ਹੀ ਵਧੇਗਾ। ਤੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਸਾਡੇ ਮਿੱਥ ਕਿਹਾ ਜਾਂਦਾ ਹੈ ਕਿ ਕੁੜੀ ਦੀ ਦੁਸ਼ਮਣ ਹੈ, ਇਹ ਚੀਜ਼ ਨਹੀਂ ਹੈ। ਅਗਰ ਅੱਜ ਅਸੀਂ ਆਪਣੀ ਇੱਜ਼ਤ ਕਰਦੇ ਹਾਂ ਤਾਂ ਸਾਨੂੰ ਹੋਰਨਾਂ ਦੀ ਵੀ ਇੱਜ਼ਤ ਕਰਨੀ ਚਾਹੀਦੀ ਹੈ। ਅੱਜ ਅਸੀਂ ਅੱਗੇ ਵੱਧ ਰਹੇ ਹਾਂ ਤਾਂ ਸਾਨੂੰ ਆਪਣੇ ਨਾਲ ਜੁੜੇ ਲੋਕਾਂ ਨੂੰ ਵੀ ਅੱਗੇ ਵਧਾਉਣਾ ਚਾਹੀਦਾ ਹੈ, ਚਾਹੇ ਉਹ ਮੇਲ ਹੈ ਚਾਹੇ ਉਹ ਫੀਮੇਲ ਹੈ। ਸਾਨੂੰ ਸਪੋਰਟ ਕਰਨੀ ਚਾਹੀਦੀ ਹੈ। ਖਾਸ ਕਰਕੇ ਅਗਰ ਸਾਡੇ ਨਾਲ ਸਾਨੂੰ ਕੋਈ ਮਿਲਦੀ ਆ, ਫੀਮੇਲਸ ਵੀ ਮਿਲਦੀਆਂ ਨੇ, ਤਾਂ ਸਾਨੂੰ ਆਪਸ ਦੇ ਵਿੱਚ ਜ਼ਰੂਰ ਸਪੋਰਟ ਕਰਨੀ। ਮੇਰੀ ਕੋਸ਼ਿਸ਼ ਹਮੇਸ਼ਾ ਹੀ ਇਹ ਹੁੰਦੀ ਰਹਿੰਦੀ ਹੈ ਕਿ ਜੇ ਕੋਈ ਮੇਰੇ ਨਾਲ ਕੋਈ ਮਿਲਦਾ ਹੈ ਜਾਂ ਜੇ ਮੈਂ ਕਿਸੇ ਨਾਲ ਮਿਲਦੀ ਹਾਂ ਜਾਂ ਮੈਂ ਕਿਸੇ ਨੂੰ ਗਾਈਡ ਕਰ ਸਕਾਂ ਤਾਂ ਮੈਂ ਹਮੇਸ਼ਾ ਮਤਲਬ ਮੈਨੂੰ ਹੁੰਦਾ ਕਿ ਜ਼ਰੂਰ, ਕੀ ਪਤਾ ਮੇਰੀ ਇੱਕ ਰਾਏ ਦੇ ਨਾਲ ਸ਼ਾਇਦ ਉਹਦੀ ਲਾਈਫ ਦੇ ਵਿੱਚ ਖੁਸ਼ਹਾਲੀ ਆ ਜਾਏ, ਹੈ ਨਾ। ਅਤੇ ਆਪਾਂ ਨੂੰ ਸਾਰਿਆਂ ਨੂੰ ਹੀ ਇੱਕ ਦੂਜੇ ਨੂੰ ਹੈਲਪ ਕਰਨਾ ਚਾਹੀਦਾ। ਅਸੀਂ ਗਰੋ ਕਰਾਂਗੇ, ਸਾਡੇ ਨਾਲ ਉਹ ਵੀ ਗਰੋ ਕਰਨਗੇ, ਉਹ ਗਰੋ ਕਰਨਗੇ ਅਤੇ ਕੀ ਪਤਾ ਤੁਸੀਂ ਕਿੰਨਾ ਗਰੋ ਕਰ ਜਾਓ। ਬਿਲਕੁਲ ਸਹੀ ਗੱਲ ਹੈ। ਸੋ ਇਸ ਕਰਕੇ ਆਪਸ 'ਚ ਸਭ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਜ਼ਰੂਰ ਸਾਰਿਆਂ ਨੂੰ ਆਪਣੀਆਂ ਕੁੜੀਆਂ ਨੂੰ ਪੜ੍ਹਾਉਣਾ ਚਾਹੀਦਾ ਹੈ, ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ, ਕਿਉਂਕਿ ਪਰਮਾਤਮਾ ਨੇ ਸਭ ਦੀ ਸੋਹਣੀ ਕਿਸਮਤ ਲਿਖ ਕੇ ਭੇਜਦਾ ਹੈ। ਤੁਹਾਨੂੰ ਨਹੀਂ ਪਤਾ ਤੁਹਾਡਾ ਬੱਚਾ ਅੱਗੇ ਕਿੱਥੇ ਚੱਲ ਜਾਣਾ ਹੈ। ਸੋ ਹਮੇਸ਼ਾ ਉਹਦੇ ਨਾਲ ਰਹੋ ਅਤੇ ਉਹਦਾ ਸਪੋਰਟ ਕਰਦੇ ਰਹੋ। ਬਿਲਕੁਲ। ਅਤੇ ਬਹੁਤ ਸ਼ੁਕਰੀਆ ਤੁਹਾਡੇ ਆਉਣ ਵਾਲੇ ਕਰੀਅਰ ਦੇ ਲਈ, ਆਉਣ ਵਾਲੇ ਸਾਲਾਂ ਦੇ ਲਈ, ਤੁਹਾਡੀ ਪਰਿਵਾਰਿਕ ਜ਼ਿੰਦਗੀ ਦੇ ਲਈ। ਤੁਹਾਨੂੰ ਬਹੁਤ ਸਾਰੀਆਂ ਗੁੱਡ ਵਿਸ਼ੇਜ਼ ਨੇ। ਸੋਹਣੀ ਹੋਵੇ, ਅਗਲਾ ਸਾਲ ਵੀ ਆਉਣ ਵਾਲਾ। ਹਾਂਜੀ। ਅਤੇ ਨਵਾਂ ਸਾਲ ਵੀ ਤੁਹਾਨੂੰ ਮੁਬਾਰਕ ਹੋਵੇ ਤੁਹਾਡੇ ਪਰਿਵਾਰ ਨੂੰ। ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ, ਅਤੇ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਤੁਸੀਂ ਇੰਨਾ ਸਮਾਂ ਕੱਢ ਕੇ ਸਾਨੂੰ ਦੇਖਦੇ ਹੋ, ਗੱਲਾਂ ਬਾਤਾਂ ਸੁਣਦੇ ਹੋ। ਸੋ ਜੇ ਤੁਹਾਡਾ ਹੁੰਗਾਰਾ ਆਉਂਦਾ ਅਤੇ ਸਾਨੂੰ ਵੀ ਹੌਸਲਾ ਮਿਲਦਾ ਕਿ ਅਸੀਂ ਹੋਰ ਗੱਲਾਂ ਕਰੀਏ ਅਤੇ ਹੋਰ ਨਵੇਂ ਲੋਕਾਂ ਨੂੰ ਜਾਂ ਹੋਰ ਨਵੇਂ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਰੱਖੀਏ। ਅਤੇ ਜਿਵੇਂ ਹੁਣ ਅਸੀਂ ਗੱਲ ਕਰ ਰਹੇ ਸੀਗੇ ਕਿ ਕੁੜੀਆਂ ਨੂੰ ਪੜ੍ਹਨ ਦਿਓ, ਮੁੰਡਿਆਂ ਨੂੰ ਪੜ੍ਹਨ ਦਿਓ, ਜੋ ਤੁਹਾਡਾ ਬੱਚਾ ਜ਼ਿੰਦਗੀ 'ਚ ਕਰਨਾ ਚਾਹੁੰਦਾ ਉਹਨੂੰ ਤੁਸੀਂ ਕਰਨ ਦਿਓ। ਅਤੇ ਉੱਥੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਡੇ ਘਰ ਦੇ ਤੁਹਾਡੇ 'ਤੇ ਯਕੀਨ ਕਰਕੇ ਤੁਹਾਨੂੰ ਘਰ ਤੋਂ ਬਾਹਰ ਕੁਛ ਪੜ੍ਹਨ ਦੇ ਲਈ, ਕੋਈ ਕੰਮ ਕਰਨ ਦੇ ਲਈ ਭੇਜਦੇ ਨੇ, ਤਾਂ ਯਕੀਨਨ ਤੁਹਾਡੇ ਤੋਂ ਛੋਟੇ ਭੈਣ ਭਰਾ ਵੀ ਜਾਂ ਰਿਸ਼ਤੇਦਾਰੀ ਦੇ ਵਿੱਚ ਬੱਚੇ ਹੋਣਗੇ। ਤਾਂ ਜੇ ਤੁਸੀਂ ਘਰ ਤੋਂ ਬਾਹਰ ਆ ਰਹੇ ਹੋ ਤਾਂ ਘਰ ਤੋਂ ਬਾਹਰ ਆ ਕੇ ਇੱਕ ਇਹੋ ਜਿਹੀ ਐਗਜ਼ਾਮਪਲ ਸੈੱਟ ਕਰੋ ਕਿ ਜਿਹੜੇ ਪਿੱਛੇ ਤੁਹਾਡੇ ਭੈਣ ਭਰਾ, ਚਾਹੇ ਉਹ ਮਾਮੇ ਤਾਏ ਚਾਚੇ ਜਿਨ੍ਹਾਂ ਦੇ ਵੀ ਨਿਆਣੇ ਨੇ, ਕਿ ਉਹਨਾਂ ਦੇ ਲਈ ਵੀ ਰਾਹ ਖੁੱਲ੍ਹ ਜਾਣ। ਅਤੇ ਬਾਹਰ ਆ ਕੇ ਤੁਸੀਂ ਕੋਈ ਇੱਦਾਂ ਦਾ ਕੰਮ ਨਾ ਕਰੋ ਕਿ ਜਿਹਦੇ ਨਾਲ ਘਰ ਦੇ ਸੋਚਣ ਵੀ ਹੁਣ ਘਰੋਂ ਬਾਹਰ ਕਿਸੇ ਨੂੰ ਬਿਲਕੁਲ ਸਹੀ ਗੱਲ ਹੈ। ਸੋ ਇੱਕ ਗੁੱਡ ਐਗਜ਼ਾਮਪਲ ਆਪਾਂ, ਇੱਕ ਚੰਗੀ ਉਦਾਹਰਣ ਆਪਾਂ ਸੈੱਟ ਕਰੀਏ ਤਾਂ ਕਿ ਸਾਡੇ ਤੋਂ ਪਿੱਛੇ ਜਿਹੜੇ ਸਾਡੇ ਭੈਣ ਭਰਾ ਘਰਾਂ ਦੇ ਵਿੱਚ ਨੇ, ਜਿਹੜੇ ਮੌਕਿਆਂ ਦੀ ਉਡੀਕ ਕਰਦੇ ਨੇ, ਉਹਨਾਂ ਦੇ ਲਈ ਵੀ ਨਵੇਂ ਰਾਹ ਖੁੱਲ੍ਹ ਸਕਣ। ਅੱਜ ਦੇ ਗੱਲ ਤੇ ਗੱਲ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਮੈਨੂੰ ਗੁਰਦੀਪ ਨੂੰ, ਭੈਣ ਰੁਪਿੰਦਰ ਸੰਧੂ ਨੂੰ, ਅਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਖਾਸ ਤੌਰ 'ਤੇ ਸਾਡੇ ਨਾਲ ਜੁੜੇ ਜਸਪ੍ਰੀਤ ਮੈਮ ਹੋਰਾਂ ਨੂੰ ਇਜਾਜ਼ਤ ਦੇ ਦਿਓ। ਅਸੀਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।